ਰੀਅਲ ਸਟੇਟ ਦੀਆਂ ਬਿਹਤਰੀਨ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਹਮੇਸ਼ਾ ਯਾਦ ਰੱਖੋ ਗੁਰਵਿੰਦਰ ਸਿੰਘ ਪਲੈਨਟ ਗਰੁੱਪ ਰਿਐਲਟੀ ਸਰੀ ਐਬਸਪੋਰਟ ਜ਼ਿਲ੍ਹਾ ਵੈਕ ਤੱਕ ਵੈਨਕੂਵਰ ਤੋਂ ਲੈ ਕੇ ਮਿਸ਼ਨ ਤੱਕ ਕੋਈ ਫਾਰਮ ਜਾਂ ਘਰ ਖਰੀਦਣਾ ਤਾਂ ਵੈਬਸਾਈਟ ਤੇ ਜਾ ਕੇ ਜਾਣਕਾਰੀ ਲੈ ਸਕਦੇ ਹੋ www.gurvindersinghtalliwal.com 604 825 1550। ਸਮੂਹ ਦਰਸ਼ਕਾਂ ਦਾ ਪ੍ਰੋਗਰਾਮ ਆਵਾਜ਼ੇ ਪੰਜਾਬ 'ਚ ਚੈਨਲ ਪੰਜਾਬੀ ਗਲੋਬਲ ਪੰਜਾਬ 'ਤੇ ਸਵਾਗਤ ਹੈ। ਕੁਰਾਹੇ ਪਿਆ ਗੁਰਦਾਸ ਮਾਨ। ਅੱਜ ਇਹ ਵਿਸ਼ੇ 'ਤੇ ਖਾਸ ਗੱਲਬਾਤ ਆਪ ਨਾਲ ਸਾਂਝੀ ਕਰ ਰਹੇ ਹਾਂ। ਦਰਅਸਲ ਸਿਆਣੇ ਆਖਦੇ ਨੇ ਕਿ ਜਦੋਂ ਵੀ ਬੰਦੇ ਦੀ ਮੱਤ ਮਾਰੀ ਜਾਂਦੀ ਹੈ ਤਾਂ ਉਸ ਵੇਲੇ ਉਹ ਜਿਸ ਰਸਤੇ ਨੂੰ ਅਖਤਿਆਰ ਕਰਦਾ ਹੈ ਉਹ ਸਮਝ ਨਹੀਂ ਆਉਂਦੀ ਕਿ ਉਸ ਨੂੰ ਤਬਾਹੀ ਵੱਲ ਕਦੋਂ ਅਤੇ ਕਿਵੇਂ ਲੈ ਜਾਂਦਾ ਹੈ। ਇਸ ਤੋਂ ਵੀ ਵੱਡੀ ਗੱਲ ਹੈ, ਜੇਕਰ ਬੰਦਾ ਸੋਚ ਵਿਚਾਰ ਕੇ ਜਾਣ ਬੁੱਝ ਕੇ ਅਜਿਹਾ ਕੁਝ ਕਰਦਾ ਹੈ ਫਿਰ ਉਹ ਉਸ ਤੋਂ ਵੀ ਵੱਡੀ ਗੱਲ ਹੈ, ਫਿਰ ਗਲਤੀ ਨਹੀਂ, ਫਿਰ ਗੁਨਾਹ ਹੈ। ਅਤੇ ਗੁਨਾਹ ਭੁੱਲ ਨਹੀਂ ਹੁੰਦੀ ਅਤੇ ਗੁਨਾਹ ਦੀ ਮਾਫੀ ਨਹੀਂ ਹੁੰਦੀ, ਗੁਨਾਹ ਦੀ ਸਜ਼ਾ ਹੁੰਦੀ ਹੈ। ਗੁਰਦਾਸ ਮਾਨ ਨਾਂ ਪੰਜਾਬੀ ਕਲਾ ਖੇਤਰ ਦੇ ਵਿੱਚ ਕਦੇ ਪੰਜਾਬੀ ਬੋਲੀ ਦੇ ਮਾਣ ਵਜੋਂ ਲਿਆ ਜਾਂਦਾ ਸੀ, ਪਰ ਅੱਜ ਉਸ ਦਾ ਨਾਂ ਮਾਨ ਬੱਤੀਆਂ ਵਾਲਾ ਪੈ ਚੁੱਕਿਆ ਹੈ। ਉਸ ਦਾ ਕਾਰਨ ਹੈ ਕਿ ਉਸਨੇ ਜਿਸ ਤਰ੍ਹਾਂ ਦਾ ਮਾਹੌਲ ਬਣਾ ਦਿੱਤਾ ਉਸ ਦੇ ਵਿੱਚ ਕੋਈ ਕਸਰ ਨਹੀਂ ਰਹਿ ਗਈ ਕਿ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਕੋਈ ਪੰਜਾਬੀ ਪ੍ਰੇਮੀ ਬੈਠਾ ਹੈ ਉਸ ਦੇ ਮਨ ਨੂੰ ਨਾ ਸਿਰਫ ਸੱਟ ਲੱਗੀ ਹੈ ਬਲਕਿ ਉਦਾਸੀਨਤਾ ਹੈ। ਆਪਣੀ ਬੋਲੀ ਨਿੰਦ ਕੇ ਕਰੇ ਮਾਣ ਦੀ ਆਸ, ਮਾਰ ਕੇ ਕਿੰਜ ਜ਼ਮੀਰ ਨੂੰ ਹੋਏ ਗੁਰਾਂ ਦਾ ਦਾਸ। ਇਹ ਦਰਅਸਲ ਇਸ ਕਰਕੇ ਵੀ ਸਹੀ ਜਾਪਦਾ ਕਿਉਂਕਿ ਗੁਰਦਾਸ ਮਾਨ ਨੇ ਪੰਜਾਬੀ ਬੋਲੀ ਦੇ ਪੱਖੋਂ ਖਾਧਾ। ਪੰਜਾਬੀ ਬੋਲੀ ਨੇ ਉਸ ਨੂੰ ਬੜਾ ਕੁਝ ਦਿੱਤਾ, ਸ਼ੋਹਰਤ ਦਿੱਤੀ, ਦੌਲਤ ਦਿੱਤੀ, ਪਰ ਇੱਕ ਸਮਾਂ ਐਸਾ ਆਇਆ ਕਿ ਜਦੋਂ ਉਸੇ ਹੀ ਪੰਜਾਬੀ ਬੋਲੀ ਦੇ ਪਿੱਠ 'ਚ ਛੁਰਾ ਮਾਰਨ ਤੱਕ ਗੁਰਦਾਸ ਮਾਨ ਗਿਆ। ਜਿਹੜੇ ਉਸ ਨੂੰ ਪਹਿਲਾਂ ਪਿਆਰ ਸਤਿਕਾਰ ਦਿੰਦੇ ਸੀ ਉਹ ਵੀ ਕਿਉਂ ਮੁਨਕਰ ਹੋ ਗਏ ਅਤੇ ਅੱਜ ਉਸ ਦੀਆਂ ਮੰਗੀਆਂ ਮਾਫੀਆਂ ਦਾ ਜਿਹੜਾ ਹੈ ਮੁਲੰਮਾ ਕਿਵੇਂ ਲਿਆ, ਕਿਵੇਂ ਉਹ ਜਗ ਜ਼ਾਹਰ ਹੋਇਆ ਅਤੇ ਕਿਸ ਤਰੀਕੇ ਨਾਲ ਉਸ ਦਾ ਕੁਰਾਹੇ ਪਿਆ ਅਰਸ਼ ਤੋਂ ਫਰਸ਼ ਤੱਕ ਗਿਆ। ਗੁਰਦਾਸ ਮਾਨ ਇਸ ਦਾ ਸਫ਼ਰ ਰਿਹਾ ਅਤੇ ਉਸ ਤੋਂ ਬਾਕੀਆਂ ਨੂੰ ਕੀ ਸਿੱਖਣਾ ਚਾਹੀਦਾ, ਕੀ ਸਬਕ ਮਿਲਦਾ, ਇਹਦੇ ਬਾਰੇ ਇਹ ਗੱਲਬਾਤ ਹੋਏਗੀ। ਸੋ ਪਹਿਲਾਂ ਚੱਲਦੇ ਹਾਂ 5 ਸਾਲ ਪਹਿਲਾਂ ਇਸੇ ਹੀ ਸ਼ਹਿਰ ਸਰੀ ਦੀ ਗੱਲ, ਕੈਨੇਡਾ ਦੀ ਧਰਤੀ, ਸਤੰਬਰ ਦਾ ਮਹੀਨਾ। ਇਹੀ ਦਿਨ ਹੋਇਆ ਇਸ ਤਰ੍ਹਾਂ ਕਿ ਹਰ ਵਾਰ ਵਾਂਗ ਆਪਣਾ ਸ਼ੋਅ ਕਰਨ ਵਾਸਤੇ ਗੁਰਦਾਸ ਮਾਨ ਇੱਥੇ ਆਇਆ। ਇੱਕ ਰੇਡੀਓ ਅਦਾਰੇ ਦੇ ਵਿੱਚ ਗੱਲਬਾਤ ਚੱਲੀ। ਉਸ ਗੱਲਬਾਤ ਦੇ ਵਿੱਚ ਕੁਝ ਸਵਾਲ ਇਸ ਤਰ੍ਹਾਂ ਦੇ ਸਨ ਜਿਨ੍ਹਾਂ ਦੀ ਜਵਾਬ ਜਿਨ੍ਹਾਂ ਦਾ ਦਿੰਦਿਆਂ ਹੋਇਆਂ ਗੁਰਦਾਸ ਮਾਨ ਨੇ ਜੋ ਕੁਝ ਕੀਤਾ ਉਹ ਸਵਾਲਾਂ ਦੇ ਘੇਰੇ 'ਚ ਆਇਆ ਜਾਂ ਉਸ ਦੇ ਉੱਤਰ ਪਹਿਲਾਂ ਹੀ ਮਨੋਬਿਰਤੀ ਦੇ ਵਿੱਚ ਐਸੇ ਸਨ, ਇਹ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਪਰ ਦੋਵੇਂ ਪਾਸੇ ਗੱਲਾਂ ਇਉਂ ਹੀ ਜਾਪਦੀਆਂ ਸਨ। ਸਵਾਲ ਮਾਂ ਬੋਲੀ ਪੰਜਾਬੀ ਬਾਰੇ ਅਤੇ ਉਸ ਦੇ ਵਿੱਚ ਹਿੰਦੀ ਸ਼ਬਦਾਂ ਦੀ ਘੁਸਪੈਠ ਬਾਰੇ ਜਾਂ ਹਿੰਦੀ ਦੇ ਪ੍ਰਭਾਵ ਬਾਰੇ ਸੀ ਅਤੇ ਉੱਤਰ ਗੁਰਦਾਸ ਮਾਨ ਦਾ ਇਹ ਸੀ ਕਿ ਵਿਹਲੜ ਲੋਕ ਨੇ ਜਿਹੜੇ ਸਾਰਾ ਦਿਨ ਇਹਨਾਂ ਗੱਲਾਂ 'ਤੇ ਲੱਗੇ ਰਹਿੰਦੇ ਨੇ। ਹਾਲਾਂਕਿ ਇਹ ਵੀ ਸੱਚ ਹੈ ਕਿ ਉਹੀ ਵਿਹਲੜ ਲੋਕ ਆਪਣਾ ਸਮਾਂ ਕੱਢ ਕੇ ਪੰਜਾਬੀ ਬੋਲੀ ਨੂੰ ਬਚਾਉਣ ਲਈ, ਉਸ ਨੂੰ ਪ੍ਰਫੁੱਲਤ ਕਰਨ ਲਈ ਇਹੀ ਪ੍ਰਚਾਰ ਕਰਦੇ ਨੇ ਕਿ ਪੰਜਾਬੀ ਬੋਲੀ ਦਾ ਮੂਲ ਰੂਪ, ਉਸ ਦੀ ਮੌਲਿਕਤਾ ਕਾਇਮ ਰੱਖੀਏ। ਪਰ ਇਸ ਦਾ ਉੱਤਰ ਦਿੰਦਿਆਂ ਗੁਰਦਾਸ ਮਾਨ ਨੇ ਜਿਹੜੀਆਂ ਹੱਦਾਂ ਪਾਰ ਕੀਤੀਆਂ ਉਹ ਕੁਝ ਇਸ ਤਰ੍ਹਾਂ ਸੀ ਕਿ ਦੇਖੋ ਜੀ, ਇੱਕ ਰਾਸ਼ਟਰ ਦੀ ਇੱਕ ਬੋਲੀ ਤਾਂ ਹੋਣੀ ਚਾਹੀਦੀ ਹੈ। ਜੇ ਭਾਰਤ ਦੇ ਕੋਈ ਦੱਖਣ 'ਚ ਜਾਂਦਾ ਹੈ, ਜੇ ਉਸ ਨੂੰ ਹਿੰਦੀ ਨਹੀਂ ਆਉਂਦੀ ਤਾਂ ਕਿਵੇਂ ਤਾਲਮੇਲ ਸਥਾਪਿਤ ਕਰੇਗਾ। ਉਹ ਨੈਸ਼ਨਲ ਭਾਸ਼ਾ ਕਹਿ ਰਿਹਾ, ਜਦ ਕਿ ਹਿੰਦੀ ਭਾਰਤ ਦੀ ਸੰਪਰਕ ਦੀ ਭਾਸ਼ਾ ਹੈ ਜਿਵੇਂ ਕਿ ਅੰਗਰੇਜ਼ੀ ਹੈ। ਬਾਕੀ ਸਾਰੀਆਂ ਹੀ ਭਾਸ਼ਾਵਾਂ ਜਿਹੜੀਆਂ ਦੇਸ਼ ਦੀਆਂ ਬਰਾਬਰ ਨੇ, ਜਿਨ੍ਹਾਂ 'ਚ ਪੰਜਾਬੀ ਵੀ ਆਉਂਦੀ ਹੈ ਅਤੇ ਹੋਰ ਵੀ, ਪਰ ਗਿਆਨ ਦੀ ਘਾਟ ਕਾਰਨ ਜਾਂ ਉਸ ਸਮੇਂ ਕਿਸੇ ਉਸ ਦੇ ਪਿੱਛੇ ਕੰਮ ਕਰ ਰਹੇ ਸਿਆਸੀ ਏਜੰਡੇ ਕਾਰਨ ਉਹ ਕਿਸ ਤਰੀਕੇ ਨਾਲ ਬੋਲ ਰਿਹਾ ਸੀ। ਇਉਂ ਜਾਪਦਾ ਸੀ ਕਿ ਸਮੇਂ ਦੀ ਸਰਕਾਰ ਜਿਹੜੀ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਵਾਰ-ਵਾਰ ਪ੍ਰਚਾਰ ਕਰ ਰਹੀ ਹੈ
ਤੇ ਬਾਹਰਲੇ ਦੇਸ਼ਾਂ 'ਚ ਵੀ ਇਹ ਪ੍ਰਚਾਰ ਜ਼ੋਰਾਂ ਸ਼ੋਰਾਂ 'ਤੇ ਹੈ। ਆਪਣੇ ਸਫਾਰਤਖਾਨਿਆਂ ਰਾਹੀਂ ਇਹ ਪ੍ਰਚਾਰ ਕਰਵਾ ਰਹੀ ਹੈ ਕਿ ਤੁਸੀਂ ਹਿੰਦੀ ਨੂੰ ਜਿਹੜਾ ਅਪਣਾਓ, ਹਿੰਦੀ ਬੋਲੋ। ਹਾਲਾਂਕਿ ਭਾਰਤੀ ਡਾਇਸਪੋਰਾ ਦੇ ਬਹੁਤ ਸਾਰੇ ਲੋਕ ਜਿਹੜੇ ਵੱਖ-ਵੱਖ ਸੂਬਿਆਂ ਤੋਂ ਆਏ ਨੇ, ਉਹਨਾਂ ਦੀਆਂ ਆਪਣੀਆਂ ਭਾਸ਼ਾਵਾਂ ਨੇ। ਪੰਜਾਬ ਦੀ ਤਾਂ ਖਾਸ ਕਰ ਪੰਜਾਬੀ ਜਿਹੜੀ ਹੈ ਉਹਦੀ ਵਿਦੇਸ਼ਾਂ, ਕੈਨੇਡਾ, ਅਮਰੀਕਾ ਵਰਗੇ ਦੇਸ਼ਾਂ 'ਚ ਵੱਡੀ ਗਿਣਤੀ ਹੈ। ਪਰ ਇੱਥੇ ਵੀ ਇਹਨਾਂ ਕੌਂਸਲਖਾਨਿਆਂ ਵੱਲੋਂ ਪੰਜਾਬੀ ਦੇ ਪ੍ਰਚਾਰ ਦੀ ਥਾਂ 'ਤੇ ਹਿੰਦੀ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ। ਪਰ ਇਹ ਸਾਰਾ ਕੁਝ ਜਿਸ ਤਰੀਕੇ ਨਾਲ ਪੇਸ਼ ਕੀਤਾ ਗਿਆ, ਉਸ ਦਾ ਨਿਚੋੜ ਇਹੀ ਨਿਕਲਿਆ ਕਿ ਪੰਜਾਬ ਦੀ ਧਰਤੀ ਨਾਲ ਸੰਬੰਧਿਤ ਹੁੰਦਾ ਹੋਇਆ ਵੀ ਪੰਜਾਬੀ ਬੋਲੀ ਦੇ ਪੱਖੋਂ ਮਸ਼ਹੂਰੀ ਖੱਟਣ ਵਾਲਾ ਗੁਰਦਾਸ ਮਾਨ ਮਾਂ ਅਤੇ ਮਾਸੀ ਦਾ ਬਿਰਤਾਂਤ ਸਿਰਜ ਰਿਹਾ। ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਦੇਸ਼ ਦੀ ਵੰਡ ਤੋਂ ਬਾਅਦ ਵੀ ਗੋਪੀ ਚੰਦ ਭਾਰਗਵ ਤੋਂ ਲੈ ਕੇ 1955 ਤੋਂ ਲੈ ਕੇ ਜਦੋਂ ਪੰਜਾਬੀ ਬੋਲੀ ਜ਼ਿੰਦਾਬਾਦ ਦਾ ਸਫ਼ਰ ਸ਼ੁਰੂ ਹੋਇਆ, ਤਾਂ ਪੰਜਾਬੀ ਦਾ ਘੇਰਾ ਜਿਹਨੇ ਸੀਮਤ ਕੀਤਾ ਉਹ ਕੋਈ ਹੋਰ ਨਹੀਂ, ਹਿੰਦੀ ਸਹੀ। ਇਹ ਵੀ ਇੱਕ ਸਰਕਾਰੀ ਤੰਤਰ ਦੇ ਅਧੀਨ, ਕਿਉਂਕਿ ਜਦੋਂ ਸਰਕਾਰ ਹੀ ਇਹ ਨਿਸ਼ਚਾ ਕਰ ਚੁੱਕੀ ਹੋਵੇ ਕਿ ਅਸੀਂ ਜਿਹੜੀ ਇਹੋ ਜਿਹੀ ਪ੍ਰਚਾਰ ਨੀਤੀ ਅਪਣਾਉਣੀ ਹੈ, ਫਿਰ ਕੌਣ ਰੋਕੇਗਾ। ਉਸ ਦੇ ਵਿੱਚ ਹੀ ਗੁਰਦਾਸ ਮਾਨ ਨੇ ਆਪਣਾ ਜਿਹੜਾ ਬਿਆਨ ਦਰਜ ਕਰਕੇ ਉਹ ਦੋਸ਼ ਆਪ ਵੀ ਖੱਟ ਲਿਆ। ਅਤੇ ਇਹ ਪੰਜਾਬੀ ਸੂਬਾ ਜ਼ਿੰਦਾਬਾਦ ਦਾ ਮੋਰਚਾ ਦਾ ਪਹਿਲਾ ਸ਼ਹੀਦ ਕਾਕਾ ਇੰਦਰਜੀਤ ਸਿੰਘ ਕਰਨਾਲ, ਜੇ ਇਤਿਹਾਸ ਪੜ੍ਹੋ ਤਾਂ ਜਿਸ ਤਰੀਕੇ ਨਾਲ ਉਸ ਦੀ ਸ਼ਹਾਦਤ ਹੋਈ ਪੰਜਾਬੀ ਬੋਲੀ ਜ਼ਿੰਦਾਬਾਦ ਦੇ ਨਾਅਰੇ ਕਾਰਨ, ਜਿਵੇਂ ਉਸ ਵੇਲੇ ਦੀ ਪੁਲਿਸ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰਿਆ, ਇਹ ਇੱਕ ਵੱਖਰਾ ਵਿਸ਼ਾ ਹੈ। ਪਰ ਉਹਨਾਂ ਦੀਆਂ ਸ਼ਹਾਦਤਾਂ ਜਾਂ ਉਸ ਤੋਂ ਬਾਅਦ ਦਰਸ਼ਨ ਸਿੰਘ ਫੇਰੂਮਾਨ ਤੋਂ ਲੈ ਕੇ ਲਗਾਤਾਰ ਪੰਜਾਬੀ ਬੋਲਦੇ ਇਲਾਕਿਆਂ ਦੀ, ਪੰਜਾਬ ਦੀ ਗੱਲ ਕਰਦਿਆਂ ਦੇਖੀਏ ਤਾਂ ਬੜਾ ਵੱਡਾ ਇਤਿਹਾਸ ਹੈ। ਪਰ ਗੁਰਦਾਸ ਮਾਨ ਨੇ ਉਸ ਨੂੰ ਖੂਹ ਖਾਤੇ ਪਾ ਦਿੱਤਾ, ਕਿਉਂਕਿ ਪਿੱਛੇ ਉਹੀ ਸਰਕਾਰੀ ਏਜੰਡਾ ਜਿਹੜਾ ਕਿ ਹਕੂਮਤ ਦਾ ਸੀ, ਜਾਂ ਉਸ ਦੇ ਨਾਲ ਪੰਜਾਬ ਦੇ ਵਿੱਚ ਜਿਹੜਾ ਉਹ ਮਹਾਸ਼ਾਵਾਦ ਹੈ ਉਸ ਦਾ ਪ੍ਰਚਾਰ ਕਰਨਾ। ਇਹ ਵੀ ਗੱਲ ਹੈ ਕਿ ਪੰਜਾਬ ਦੀ ਮਹਾਸ਼ਾ ਪ੍ਰੈਸ ਨੇ ਜਿਸ ਤਰੀਕੇ ਨਾਲ ਜੋ ਮਿਲਾਪ ਤੋਂ ਲੈ ਕੇ ਹਿੰਦ ਸਮਾਚਾਰ ਤੋਂ ਲੈ ਕੇ ਲਗਾਤਾਰ ਜਿਹੜਾ ਸਫ਼ਰ ਚੱਲਿਆ, ਉਸ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਜੋ ਆਪਣਾ ਰੋਲ ਨਿਭਾਇਆ, ਉਹ ਸਾਰਾ ਕੁਝ ਸਾਡੇ ਸਾਹਮਣੇ ਹੈ। ਪੰਜਾਬ ਨੇ ਉਸ ਦਾ ਸੰਤਾਪ ਹੰਢਾਇਆ, ਪਰ ਉਹੀ ਬੋਲੀ ਗੁਰਦਾਸ ਮਾਨ ਦੇ ਮੂੰਹੋਂ ਇਸ ਵੇਲੇ ਝਲਕ ਰਹੀ ਸੀ। ਬੇਸ਼ੱਕ ਉਹ ਗਾਉਂਦਾ ਗਾਉਂਦਾ ਬੰਬੇ ਵੀ ਗਿਆ, ਮੁੰਬਈ ਜਾ ਕੇ, ਬਾਲੀਵੁੱਡ ਦੇ ਵਿੱਚ ਜਾ ਕੇ ਉਹ ਕਾਮਯਾਬ ਨਹੀਂ ਹੋਇਆ। ਫਿਰ ਉਹ ਪੰਜਾਬ ਦੇ ਵਿੱਚ ਪੰਜਾਬੀ ਦੇ ਨਾਲ ਹੀ ਇਸੇ ਪੱਖੋਂ ਹੀ ਆਪਣੀ ਕਾਮਯਾਬੀ ਹਾਸਲ ਕਰਦਾ, ਪਰ ਅੰਦਰ ਕਿਤੇ ਉਹ ਸਾਰੀ ਗੱਲ ਬੈਠੀ ਹੋਈ ਹੈ ਜਿਹੜੀ ਕਿ ਉਸ ਨੂੰ ਇੱਕ ਰਾਸ਼ਟਰੀ ਬੋਲੀ ਦੇ ਨਾਲ ਜੋੜਨ ਦੇ ਵਾਸਤੇ ਜਿਹੜਾ ਫਤੂਰ ਚੜਿਆ ਹੋਇਆ ਉਹੀ ਦਿਮਾਗ 'ਚ ਚੱਲਦੀ ਹੈ। ਸੋ ਇਸ ਗੱਲ ਨੂੰ ਲੈ ਕੇ ਲੋਕਾਂ ਦੇ ਇਤਰਾਜ਼ ਉੱਠੇ। ਕਈ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚੋਂ ਬਹੁਤ ਸਾਰੇ ਸੁਹਿਰਦ ਸੱਜਣ ਨੇ, ਕੈਨੇਡਾ ਦੀਆਂ ਸੰਸਥਾਵਾਂ, ਲੋਕ ਲਿਖਾਰੀ ਉੱਤਰੀ ਅਮਰੀਕਾ ਸਾਹਿਤ ਸਭਾ, ਪੰਜਾਬੀ ਸਾਹਿਤ ਸਭਾ, ਮੁੱਢਲੀ ਐਬਸਫੋਰਡ, ਵਿਰਾਸਤ ਫਾਊਂਡੇਸ਼ਨ, ਜੀਵੇ ਪੰਜਾਬ, ਪੰਜਾਬੀ ਸਾਹਿਤ ਮੰਚ, ਇਸ ਤੋਂ ਇਲਾਵਾ ਕੈਨੇਡੀਅਨ ਸਿੱਖ ਸਟੱਡੀ ਟੀਚਿੰਗ ਸੁਸਾਇਟੀ, ਇੱਥੋਂ ਤੱਕ ਕਿ ਭਲੀ ਹੋਰਨਾਂ ਨੇ ਵੀ ਇਸ ਗੱਲ 'ਤੇ ਇਤਰਾਜ਼ ਉਠਾਇਆ ਕਿ ਅਜਿਹਾ ਕੁਝ ਜਿਹੜਾ ਹੈ ਜਾਇਜ਼ ਨਹੀਂ ਹੈ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵਾਰਿਸ ਸ਼ਾਹ ਦੇ ਨਾਲ ਸੰਬੰਧਿਤ ਜਾਂ ਪੰਜਾਬੀ ਜ਼ੁਬਾਨ ਨਾਲ ਸੰਬੰਧਿਤ ਸੰਸਥਾਵਾਂ, ਅਮਰੀਕਾ ਤੋਂ ਜਾਂ ਪੰਜਾਬ ਤੋਂ ਵੀ। ਪਰ ਇੱਕ ਗਰੁੱਪ ਐਸਾ ਵੀ ਹੈ ਜਿਹੜਾ ਇਸ ਗੱਲ ਨੂੰ ਬਾਰ-ਬਾਰ ਪ੍ਰਚਾਰਦਾ ਤਾਂ ਹੈ ਕਿ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਨਾਅਰਾ ਗਲਤ ਹੈ, ਪਰ ਗੁਰਦਾਸ ਮਾਨ ਦੇ ਮਾਮਲੇ 'ਚ ਆ ਕੇ ਜਿਹੜਾ ਹੈ ਉਹ ਨਰਮਗੋਸ਼ੇ ਵਾਲੀ ਗੱਲ ਹੁੰਦੀ ਹੈ ਕਿ ਜੀ ਚਲੋ ਛੱਡੋ, ਆਪੋ ਆਪਣੇ ਵਿਚਾਰ ਨੇ ਜੀ, ਫਿਰ ਕਿਹੜਾ ਵੱਡੀ ਗੱਲ ਹੋ ਗਈ। ਇਹ ਦੋਗਲਾਪਨ ਹੈ। ਇਹ ਉਹਨਾਂ ਲੋਕਾਂ ਦੀ ਦੋਗਲੀ ਨੀਤੀ ਹੈ ਜਿਹੜੇ ਤਾਂ ਕਹਿੰਦੇ ਨੇ ਕਿ ਅਸੀਂ ਮੀਡੀਆ 'ਚ ਪੰਜਾਬੀ ਦੀ ਗੱਲ ਕਰਦੇ ਹਾਂ ਜਾਂ ਸਾਹਿਤ ਸਭਾਵਾਂ 'ਚ ਪੰਜਾਬੀ ਦੀ ਗੱਲ ਕਰਦੇ ਹਾਂ, ਪਰ ਜਦੋਂ ਗੁਰਦਾਸ ਮਾਨ ਦਾ ਜਿਹੜਾ ਵਿਰੋਧ ਕਰ ਰਹੇ ਸਨ, ਉੱਥੋਂ ਉਹਨਾਂ ਵਿਰੋਧਾਂ ਨੂੰ ਜਿਹੜਾ ਹੈ ਰੱਦ ਕਰਨ ਦੇ ਵਾਸਤੇ ਕਈਆਂ ਨੇ ਨੀਵੇਂ ਪੱਧਰ ਦੀ ਸ਼ਬਦਾਵਲੀ ਵਰਤੀ। ਆਪਣੇ ਬਲੌਗ ਦੇ ਵਿੱਚ ਅੱਜ ਵੀ ਵਰਤ ਰਹੇ ਜਾਂ ਵਰਤ ਰਹੀਆਂ ਨੇ ਕਿ ਇਹ ਜੀ ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ, ਇਹ ਉਸ ਦਾ ਵਿਰੋਧ ਕਰਨਾ, ਇਕੱਠ ਕਰਨੇ, ਜਾਂ ਇਹ ਲੋਕ ਕਿਸੇ ਧਰਮ ਦੇ ਜਾਂ ਕਿਸੇ ਸੱਭਿਆਚਾਰ ਦੇ ਠੇਕੇਦਾਰ ਨੇ ਜਿਹੜੇ ਵਿਰੋਧ ਕਰਦੇ ਸਨ। ਇਹੋ ਜਿਹੇ ਲੋਕਾਂ ਦੀ ਸੋਚ ਇਹਨਾਂ ਇਨਾਮਾਂ ਨੂੰ ਹਾਸਲ ਕਰਨ ਦੇ ਲਈ ਕਿ ਉਹ ਕਿਸੇ ਦੇ ਨਾਂ 'ਤੇ ਇਨਾਮ ਹੈ, ਪੁਰਸਕਾਰ ਹੈ, ਉਹ ਦੇਣ ਵਾਲਾ ਕੋਈ 25,000 ਹੀ ਹੈ, ਉਸ ਦੇ ਨਾਲ ਤਾਂ ਅਸੀਂ ਦੰਦੀਆਂ ਕੱਢ ਕੇ ਉਸ ਦਾ ਪ੍ਰਚਾਰ ਕਰਦੇ ਹਾਂ। ਪਰ ਜਦੋਂ ਗੁਰਦਾਸ ਮਾਨ ਦਾ ਵਿਰੋਧ ਕਰਨ ਵਾਲੇ ਇਕਾਗਰ ਹੋ ਕੇ ਇਮਾਨਦਾਰਾਂ ਢੰਗ ਦੇ ਨਾਲ ਆਵਾਜ਼ ਉਠਾਉਂਦੇ ਨੇ, ਉਹਨਾਂ 'ਤੇ ਸਵਾਲ ਕਰਦੇ ਹਾਂ
खैर ਇਹੋ ਜਿਹੇ ਸਾਹਿਤਕਾਰ ਜਿਹੜੇ ਆਪਣੇ ਕਾਲਮਾਂ ਦੇ ਵਿੱਚ ਇਹ ਲਿਖਦੇ ਨੇ ਕਿ ਗੁਰਦਾਸ ਮਾਨ ਨੂੰ ਅਖੌਤੀ ਪੰਜਾਬੀ ਦੇ ਠੇਕੇਦਾਰ ਰੱਦ ਕਰ ਰਹੇ ਨੇ। ਅੱਜ ਉਹਨਾਂ ਦੇ ਮੂੰਹ 'ਤੇ ਇਹ ਚਪੇੜ ਪਈ ਹੈ ਜਦੋਂ ਗੁਰਦਾਸ ਮਾਨ ਨੇ ਬੱਤੀ ਵਾਲੀ ਗੱਲ ਕਰਦਿਆਂ ਇੱਕ ਪੂਰੀ ਦੀ ਪੂਰੀ ਜਿਹੜੀ ਹੈ ਹਲਕੇ ਪੱਧਰ ਦੀ ਆਪਣੀ ਇੱਕ ਟੋਟਕਾ ਲਿਖ ਦਿੱਤਾ ਹੈ, ਇੱਕ ਨਵੀਂ ਤੁਕਬੰਦੀ ਕਰ ਦਿੱਤੀ ਹੈ। ਉਸ ਤੋਂ ਪਹਿਲਾਂ ਇਹ ਗੱਲ ਫਿਰ ਜਿਹੜੀ ਕਿ 5 ਸਾਲ ਪਹਿਲਾਂ ਦੀ ਇਸੇ ਧਰਤੀ ਦੀ ਹੈ ਕਿ ਜਦੋਂ ਗੁਰਦਾਸ ਮਾਨ ਨੇ ਕੁਝ ਮਾਂ ਮਾਸੀ ਦੀਆਂ ਗੱਲਾਂ ਕੀਤੀਆਂ, ਇੱਕ ਰਾਸ਼ਟਰ ਇੱਕ ਭਾਸ਼ਾ ਦੀਆਂ ਗੱਲਾਂ ਕੀਤੀਆਂ, ਜਿਹਦੇ ਕਾਰਨ ਲੋਕ ਖਫਾ ਹੋਏ, ਤਾਂ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਇਸ ਦਾ ਵਿਰੋਧ ਕੀਤਾ ਜਾਵੇ। ਇੱਕ ਪ੍ਰੈਸ ਕਾਨਫਰੰਸ ਦੌਰਾਨ ਸੁਹਿਰਦ ਪੱਤਰਕਾਰ ਨੇ ਇਹ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਜੋ ਕਹਿ ਰਹੇ ਹੋ ਉਹ ਗਲਤ ਹੈ ਜਾਂ ਉਸ ਦੇ ਬਾਰੇ ਸਪਸ਼ਟੀਕਰਨ ਦਿਓ, ਤਾਂ ਸਪਾਂਸਰ ਪ੍ਰਮੋਟਰ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਪਰ ਗੁਰਦਾਸ ਮਾਨ ਨੇ ਫਿਰ ਉਹੀ ਦੁਹਰਾਇਆ ਕਿ ਇੱਕ ਰਾਸ਼ਟਰ ਦੀ ਇੱਕ ਭਾਸ਼ਾ ਤਾਂ ਹੋਣੀ ਚਾਹੀਦੀ ਹੈ। ਵੱਖ-ਵੱਖ ਦੇਸ਼ਾਂ ਦੀ ਪਿੱਛੇ ਕੈਨੇਡਾ ਦੀ ਹੋਰਨਾਂ ਦੀ ਉਦਾਹਰਨ ਦੇ ਦਿੱਤੀ। ਉਸ ਨੂੰ ਇਹ ਨਹੀਂ ਪਤਾ ਕਿ ਕੈਨੇਡਾ ਦੇ ਵਿੱਚ ਕਿਊਬੈਕ ਹੈ ਜਿਹੜਾ, ਉਹ ਸੂਬੇ ਦੇ ਵਿੱਚ ਫ੍ਰੈਂਚ ਭਾਸ਼ਾ, ਉੱਥੇ ਬਾਕੀ ਜਿਹੜੀਆਂ ਬੋਲੀਆਂ ਦੀ ਥਾਂ 'ਤੇ ਫ੍ਰੈਂਚ ਜਿਹੜੀ ਹੈ ਉਹ ਚੱਲਦੀ ਹੈ, ਅਤੇ ਕੈਨੇਡਾ ਦੀ ਸਰਕਾਰ ਨੇ ਕਦੇ ਵੀ ਉਸ ਨੂੰ ਰੋਕਣ ਦੀ ਜ਼ਰੂਰਤ ਨਹੀਂ ਕੀਤੀ ਕਿਉਂਕਿ ਉਹਨਾਂ ਦੀ ਆਪਣੀ ਇੱਕ ਆਇਡੈਂਟੀ ਹੈ। ਸੋ ਇਹ ਗੱਲ ਵੀ ਬੜੀ ਚਰਚਾ ਦੇ ਵਿੱਚ ਰਹੀ। ਖੈਰ, ਆਪਣੀ ਗਲਤੀ ਨਾ ਮਾਨੂੰ, ਉਸੇ ਗੱਲ 'ਤੇ ਅੜਿਆ ਰਿਹਾ। ਅਗਲੇ ਦਿਨ ਜਦੋਂ ਇਹ ਸ਼ੋਅ ਉਸ ਦਾ ਜਿਹੜਾ ਹੈ ਐਬਸਪੋਰਟ ਦੇ ਜਿਹੜਾ ਕਨਵੈਨਸ਼ਨ ਸੈਂਟਰ ਦੇ ਵਿੱਚ ਹੋਣਾ ਸੀ, ਵਿਰੋਧ ਕਰਨ ਵਾਲੇ ਲੋਕ ਬਾਹਰ ਖੜ੍ਹੇ ਸਨ ਅਤੇ ਗੁਰਦਾਸ ਮਾਨ ਨੂੰ ਪਿਛਲੇ ਦਰਵਾਜ਼ਿਓਂ ਅੰਦਰ ਲਿਆਂਦਾ ਗਿਆ। ਬਾਹਰ ਵਿਰੋਧ ਕਰਨ ਵਾਲਿਆਂ ਦੀ ਗੱਲ ਸੁਣ ਕੇ ਜਿਹੜੇ ਸ਼ੋਅ ਦੇਖਣ ਆਏ ਸਨ, ਉਹਨਾਂ 'ਚੋਂ ਵੀ ਕੁਝ ਪੰਜਾਬੀ ਹਿਤੈਸ਼ੀਆਂ ਨੇ ਆਪਣੀਆਂ 2-2, 4-400 ਡਾਲਰ ਵਾਲੀਆਂ ਟਿਕਟਾਂ ਵੀ ਪਾੜ ਦਿੱਤੀਆਂ। ਉਹਨਾਂ ਦੇ ਦੌਰਾਨ ਹੀ ਕੁਝ ਇੱਕ ਨੇ ਆਪਣੀਆਂ ਟਿਕਟਾਂ ਵਾਪਸ ਕੀਤੀਆਂ, ਕੁਝ ਇੱਕ ਨੇ ਕਿਹਾ ਕਿ ਅਸੀਂ ਅੰਦਰ ਜਾ ਕੇ ਬੋਲਾਂਗੇ। ਉਸ ਸਮੇਂ ਉਸ ਮੌਕੇ 'ਤੇ ਜਿਹੜੀਆਂ ਸ਼ਖਸੀਅਤਾਂ ਹਾਜ਼ਰ ਸਨ, ਉਸ ਦੇ ਵਿੱਚ ਬਹੁਤ ਸਾਰੀਆਂ ਸੰਸਥਾਵਾਂ ਸਨ ਜਿਨ੍ਹਾਂ 'ਚੋਂ ਮੈਂ ਵੀ ਉੱਥੇ ਸਾਂ, ਅਤੇ ਸਾਡੇ ਕੋਲ ਚਰਨਜੀਤ ਸਿੰਘ ਸੁੱਜੋਂ ਖੜ੍ਹੇ ਸਨ ਜਿਹੜੇ ਕਿ ਮੌਤ ਦਾ ਰੇਗਿਸਤਾਨ ਜਿਨ੍ਹਾਂ ਨੇ ਨਾਵਲ ਲਿਖਿਆ, ਪੰਜਾਬੀ ਸਾਹਿਤ ਨੂੰ ਸਮਰਪਿਤ ਨੇ, ਮਾਂ ਬੋਲੀ ਦੇ ਸਪੂਤ ਨੇ। ਪਰ ਉਹ ਨਵੇਂ ਸਨ ਕੈਨੇਡਾ ਦੇ ਵਿੱਚ, ਉਹ ਬਹੁਤ ਚਰਚਾ ਦੇ ਵਿੱਚ ਨਹੀਂ ਸਨ, ਉਹਨਾਂ ਨੂੰ ਪਛਾਣਨਾ ਵੀ ਔਖਾ ਸੀ, ਪਰ ਪੰਜਾਬੀ ਪ੍ਰਤੀ ਉਹਨਾਂ ਦੀ ਜਿਹੜੀ ਦ੍ਰਿੜਤਾ ਸੀ ਉਹ ਬੜੀ ਕਮਾਲ ਦੀ ਸੀ। ਅਤੇ ਉਹ ਟਿਕਟਾਂ ਹੱਥ 'ਚ ਸਨ ਅਤੇ ਇਹ ਵਿਚਾਰ ਹੋਇਆ ਕਿ ਇਹਨਾਂ ਨੂੰ ਫਾੜ ਕੇ ਸੁੱਟਣ ਦੀ ਥਾਂ 'ਤੇ ਅੰਦਰ ਜਾ ਕੇ ਗੁਰਦਾਸ ਮਾਨ ਦਾ ਵਿਰੋਧ ਕੀਤਾ ਜਾਵੇ, ਜਿਹੜਾ ਕਿ ਜਾਇਜ਼ ਸੀ। ਉਹਨਾਂ ਦੇ ਵਿੱਚੋਂ ਕੁਝ ਵਿਅਕਤੀ ਗਏ ਅਤੇ ਕੋਲ ਖੜ੍ਹੇ ਚਰਨਜੀਤ ਸਿੰਘ ਸੁੱਜੋਂ ਨੂੰ ਮੈਂ ਇਹ ਪੁੱਛਿਆ ਕਿ ਕੀ ਤੁਸੀਂ ਮੁਨਾਸਿਬ ਸਮਝਦੇ ਹੋ ਕਿ ਉੱਥੇ ਜਾ ਕੇ ਅੰਦਰ ਵਿਰੋਧ ਕੀਤਾ ਜਾਏ, ਕਿਉਂਕਿ ਤੁਹਾਨੂੰ ਪਛਾਣ ਨਹੀਂ ਕੋਈ ਸਕਦਾ ਅਤੇ ਤੁਸੀਂ ਉਸ ਗੱਲ ਨੂੰ ਬਿਆਨ ਵੀ ਕਰ ਸਕਦੇ ਹੋ, ਤੁਹਾਡੇ ਕੋਲ ਲਹਿਜ਼ਾ ਵੀ ਹੈ, ਤੁਸੀਂ ਪੰਜਾਬੀ ਬੋਲੀ ਦੇ ਪ੍ਰਤੀ ਸਾਹਿਤ ਸੋਚ ਵੀ ਰੱਖਦੇ ਹੋ। ਨਵਾਂ ਚਿਹਰਾ ਸੀ, ਅੰਦਰ ਦ੍ਰਿੜਤਾ ਸੀ। ਫੈਸਲਾ ਇਹ ਕੀਤਾ ਕਿ ਯਕੀਨਨ ਮੈਂ ਜਾਵਾਂਗਾ। ਉਸ ਤੋਂ ਬਾਅਦ ਉਹ ਉਸੇ ਗਰਾਊਂਡ ਦੇ ਵਿੱਚ ਜਿਹੜਾ ਯੂਨੀਵਰਸਿਟੀ ਆਫ ਫਰੇਜ਼ਰ ਵੈਲੀ ਦੇ ਸਾਹਮਣੇ ਉਸ ਦੇ ਵਿੱਚ ਬੈਠੇ, ਉਹਨਾਂ ਦੇ ਨਾਲ ਮਿੱਤਰ ਸਨ ਕੁਝ ਹੋਰ। ਪਹਿਲਾਂ ਰਹਿਰਾਸ ਦਾ ਪਾਠ ਕੀਤਾ, ਅਰਦਾਸ ਕੀਤੀ, ਅਰਦਾਸ ਤੋਂ ਬਾਅਦ ਗੁਰੂ ਸਾਹਿਬ ਦਾ ਆਸਰਾ ਲਿਆ ਅਤੇ ਫੈਸਲਾ ਕੀਤਾ ਕਿ ਮੈਂ ਇੱਕ ਚੰਗੀ ਗੱਲ ਲਈ ਆਵਾਜ਼ ਉਠਾ ਰਿਹਾ। ਉਹ ਇਹ ਹੈ ਕਿ ਮਾਂ ਬੋਲੀ ਦੀ ਬੇਹੁਰਮਤੀ ਹੈ ਜਿਹੜੀ ਉਹ ਨਹੀਂ ਹੋਣੀ ਚਾਹੀਦੀ, ਅਤੇ ਪੰਜਾਬੀ ਦੇ ਪ੍ਰਤੀ ਅਜਿਹੀ ਜਿਹੜੀ ਹੈ ਦੋਗਲੀ ਸੋਚ ਹੈ ਉਹ ਨਹੀਂ ਹੋਣੀ ਚਾਹੀਦੀ। ਇਹ ਪੰਜਾਬੀ ਨਾਲ ਗਦਾਰੀ ਹੈ। ਉਹਨਾਂ ਦੇ ਹੱਥ ਦੇ ਵਿੱਚ ਇੱਕ ਪੋਸਟਰ ਸੀ, ਜਿਸ ਪੋਸਟਰ 'ਤੇ ਨਾ ਕੋਈ ਗਾਲ ਸੀ, ਨਾ ਕੋਈ ਕਿਸੇ ਤਰੀਕੇ ਦੇ ਨਾਲ ਉਂਗਲ ਦਿਖਾਉਣ ਵਾਲੀ ਗੱਲ ਉਹਨਾਂ ਨੇ ਕੀਤੀ। ਪੋਸਟਰ 'ਤੇ ਮਾਂ ਬੋਲੀ ਦਾ ਗਦਾਰ ਗੁਰਦਾਸ ਮਾਨ ਮੁਰਦਾਬਾਦ ਇਹ ਲਿਖਿਆ ਹੋਇਆ ਸੀ। ਉਹ ਉਹਨਾਂ ਨੇ ਕੋਲ ਲਿਆ, ਅੰਦਰ ਚਲੇ ਗਏ। ਜਦੋਂ ਸ਼ੋਅ ਸ਼ੁਰੂ ਹੋਇਆ, ਲੋਕਾਂ ਦਾ ਇਕੱਠ ਜਿਹੜੇ ਇਸ ਗੱਲ ਨੂੰ ਸਮਝਦੇ ਹੀ ਨਹੀਂ ਕਿ ਇਹ ਗਾਲਾਂ ਸਾਨੂੰ ਵੀ ਦਿੱਤੀਆਂ ਜਾ ਰਹੀਆਂ ਹੈ, ਉਹਨਾਂ ਦੇ ਬਾਰੇ ਹੈ। ਜਦੋਂ ਉਸ ਸਮੇਂ ਹੋਰ ਵੀ ਅੰਦਰ ਵਿਰੋਧ ਕਰ ਰਹੇ ਸਨ, ਪਰ ਗੁਰਦਾਸ ਮਾਨ ਦਾ ਧਿਆਨ ਸਿੱਧਾ ਚਰਨਜੀਤ ਸਿੰਘ ਸੁੱਜੋਂ 'ਤੇ ਪਿਆ, ਜਿਨ੍ਹਾਂ ਨੇ ਹੱਥ ਦੇ ਵਿੱਚ ਪੋਸਟਰ ਫੜਿਆ ਸੀ। ਅਤੇ ਉਹ ਵੀਡੀਓ ਅੱਜ ਵੀ ਹੈ ਜਿਸ ਦੇ ਵਿੱਚ ਉਹ ਸਿਰਫ ਗੁਰਦਾਸ ਮਾਨ ਮੁਰਦਾਬਾਦ ਇਹ ਗੱਲ ਕਰ ਰਹੇ ਨੇ। ਅਤੇ ਉਹ ਪੋਸਟਰ 'ਤੇ ਵੀ ਜੋ ਸ਼ਬਦਾਵਲੀ ਲਿਖੀ ਸੀ ਉਸ ਨੂੰ ਪੜ੍ਹ ਕੇ ਗੁਰਦਾਸ ਮਾਨ ਬੁਖਲਾ ਗਿਆ। ਜੋ ਉਸ ਵੇਲੇ ਇਹ ਗਾ ਰਿਹਾ ਸੀ, ਪਹਿਲਾਂ ਦੇਸ਼ 'ਚ ਚਿੱਟਾ ਨਹੀਂ ਰਹਿਣ ਦਿੱਤਾ, ਹੁਣ ਦਾੜੀ 'ਚ ਚਿੱਟਾ ਨਹੀਂ ਰਹਿਣ ਦੇਣਾ, ਇਹ ਵੀ ਇੱਕ ਸ਼ਰਮਨਾਕ ਉਸ ਦੀ ਲਿਖਤ ਹੈ। ਵੈਸੇ ਉਸਨੇ ਬਹੁਤ ਸਾਰੀਆਂ ਲਿਖਤਾਂ ਚੋਰੀ ਵੀ ਕੀਤੀਆਂ ਨੇ। ਜੇਕਰ ਅਸੀਂ ਇਹ ਅਕਸਰ ਮਸ਼ਹੂਰ ਇੱਕ ਗੀਤ ਹੈ ਜਿਹੜਾ ਕਿ ਅਸੀਂ ਕਹਿੰਦੇ ਹਾਂ ਕਿ ਪਾਕਿਸਤਾਨ ਦੇ ਚੰਗੇ ਗਾਇਕਾਂ ਨੇ ਗਾਇਆ, ਛੱਲਾ, ਉਹ ਵੀ ਉੱਥੋਂ ਚੱਕਿਆ ਗਿਆ ਅਤੇ ਗੁਰਦਾਸ ਮਾਨ ਨੇ ਉਸ ਦੇ 2-4 ਸ਼ਬਦ ਤੁਕਬੰਦੀ ਇੱਧਰ ਉੱਧਰ ਕਰਕੇ ਆਪ ਗਾਉਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਮਾਮਲਾ ਗੜਬੜ ਹੈ। ਉਹਦਾ ਵੀ ਪਿੱਛੋਂ ਦੇਖਿਓ
ਉਸ ਦਾ ਵੀ ਪਿਛੋਕੜ ਕਿਸੇ ਹੋਰ ਗਾਇਕ ਦੇ ਤੇ ਗੀਤਕਾਰ ਦੇ ਨਾਲ ਜੁੜਦਾ ਹੈ। ਸੋ ਇਹ ਵੀ ਜਿਹੜੀਆਂ ਗੱਲਾਂ ਨੇ ਇਹ ਵੱਖਰਾ ਵਿਸ਼ਾ ਹੈ, ਜਿਸ ਦੇ ਬਾਰੇ ਅਸ਼ੋਕ ਬਾਂਸਲ ਹੋਰਾਂ ਨੇ ਬਾਕਾਇਦਾ ਇੱਕ ਕਿਤਾਬ ਲਿਖੀ ਹੈ। ਮੈਂ ਆਪ ਜੀ ਨੂੰ ਗੁਜ਼ਾਰਿਸ਼ ਕਰਾਂਗਾ ਉਹ ਜ਼ਰੂਰ ਪੜ੍ਹਿਓ। ਕੈਨੇਡਾ ਦੀ ਧਰਤੀ 'ਤੇ ਉਹ ਕਿਤਾਬ ਅਸੀਂ ਰਿਲੀਜ਼ ਕੀਤੀ ਸੀ ਪੰਜਾਬੀ ਸਾਹਿਤ ਸਭਾ ਮੁੱਢਲੀ ਉਸ ਦੇ ਮੰਚ 'ਤੇ। ਉਸ ਕਿਤਾਬ ਦੇ ਵਿੱਚ ਬਾਕਾਇਦਾ ਲੇਖ ਹੈ ਜਿਸ ਦੇ ਵਿੱਚ ਇਹ ਸਾਰੇ ਜਿਹੜੇ ਚੋਰੀ ਕੀਤੇ ਹੋਏ 1950-58 ਦੇ ਵਿੱਚ ਲਿਖੇ ਹੋਏ ਗੀਤ, ਜਿਨ੍ਹਾਂ ਦੇ ਵਿੱਚੋਂ ਗੁਰਦਾਸ ਮਾਨ ਨੇ ਇਹ ਇੱਕ ਤਰ੍ਹਾਂ ਦੀ ਇੱਕ ਬਹੁਤ ਵੱਡੀ ਸਾਹਿਤ ਦੀ ਚੋਰੀ ਜਿਹੜੀ ਹੈ ਉਹ ਕੀਤੀ ਕਿ ਉਹ ਗੀਤ ਆਪਣੇ ਨਾਂ 'ਤੇ ਗਾਉਣੇ, ਲਿਖ ਕੇ ਆਪਣੇ ਹੀ ਵੱਲੋਂ ਪੇਸ਼ ਕਰ ਦਿੱਤੇ। ਇਹ ਇੱਕ ਹੱਕਾਂ ਦੀ ਜਿਹੜੀ ਲੜਾਈ ਵੀ ਕਹੀ ਜਾ ਸਕਦੀ ਹੈ, ਪਰ ਇਹ ਤੁਕਬੰਦੀ ਜਿਹੜੀ ਹੈ ਉਸ ਦੇ ਵਿੱਚ ਉਸ ਦੀ ਮਹਾਰਤ ਹੈ। ਖੈਰ, ਜਦੋਂ ਕੁਝ ਸਟੇਜ 'ਤੇ ਇਹੋ ਜਿਹੇ ਗੀਤ ਗਾ ਰਿਹਾ ਸੀ, ਸ਼ੁਰੂਆਤ ਸੀ, ਪੋਸਟਰ ਦੇਖ ਕੇ ਗੁਰਦਾਸ ਮਾਨ ਨੇ ਜੋ ਪ੍ਰਤੀਕਰਮ ਦਿੱਤਾ ਉਹ ਕੁਝ ਇਸ ਤਰ੍ਹਾਂ ਦਾ ਸੀ। ਪੋਸਟਰ ਹੱਥ ਦੇ ਵਿੱਚ, ਨਾ ਉਂਗਲ ਦਿਖਾਈ ਨਾ ਗਾਲ ਕੱਢੀ, ਅਤੇ ਉਸ ਵੇਲੇ ਗੁਰਦਾਸ ਮਾਨ ਨੇ ਕੀ ਕਿਹਾ, ਇਹਦੀ ਬੱਤੀ ਬਣਾ ਕੇ ਲੈ ਲੈ। ਉਹ ਇਸ਼ਾਰਾ ਬੇਸ਼ੱਕ ਆਪਣਾ ਘਟੀਆ ਤਰੀਕੇ ਦੇ ਨਾਲ ਉਹ ਵਿਰੋਧੀ ਜਾਂ ਪ੍ਰਦਰਸ਼ਨਕਾਰੀ ਨੂੰ ਕਰ ਰਿਹਾ ਸੀ, ਪਰ ਇਹ ਇਕੱਲਾ ਸੁੱਜੋਂ ਨੂੰ ਨਹੀਂ ਸੀ, ਇਹ ਬੈਠਿਆਂ ਨੂੰ ਸਾਰਿਆਂ ਨੂੰ ਸੀ, ਹਾਲ ਦੇ ਵਿੱਚ ਬੈਠਿਆਂ ਨੂੰ ਵੀ, ਜਿਹੜੇ ਉਸ ਵੇਲੇ ਤਾੜੀਆਂ ਮਾਰ ਰਹੇ ਸਨ। ਹੋਰ ਤਾਂ ਹੋਰ ਇੱਕ BC ਦੀ ਉਸ ਵੇਲੇ ਸਰਕਾਰੀ ਵਜ਼ਾਰਤ ਦੇ ਵਿੱਚ ਸ਼ਾਮਲ ਜਿਨੀ ਸਿਮਜ਼, ਮੈਂ ਉਹ ਨਾਮ ਦੇ ਨਾਲ ਹੀ ਜ਼ਿਕਰ ਕਰਾਂਗਾ, ਉਹ ਵੀ ਸਾਹਮਣੇ ਬੈਠੀ ਸੀ। ਉਹ ਬਾਕਾਇਦਾ ਮਨਿਸਟਰ ਵੀ ਰਹੀ ਹੈ ਬੀਬੀ। ਜਾਂ ਤਾਂ ਉਸ ਨੂੰ ਪੰਜਾਬੀ ਸਮਝ ਨਹੀਂ ਆਉਂਦੀ ਜਾਂ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ। ਜਦੋਂ ਬੱਤੀ ਬਣਾ ਕੇ ਲੈਣ ਦੀ ਗੱਲ ਕਰ ਰਿਹਾ ਸੀ ਅਤੇ ਉਹ ਬੜੀ ਹੱਸ ਰਹੀ ਸੀ ਬਾਕੀਆਂ ਵਾਂਗ। ਹੋਰ ਵੀ ਸਨ, ਇਹੋ ਜਿਹੇ ਅਨੇਕਾਂ ਸਨ ਇਸ ਪ੍ਰੋਗਰਾਮ ਦੇ ਦੌਰਾਨ ਵੀ, ਜਿਨ੍ਹਾਂ ਨੂੰ ਅੱਜ ਮੌਕਾ ਮਿਲ ਰਿਹਾ। ਉਹ ਦੇਖਿਓ ਕਿ ਕਿਹੜੇ ਕਿਹੜੇ ਸਨ ਜਿਹੜੇ ਉਸ ਵੇਲੇ ਗੁਰਦਾਸ ਮਾਨ ਦਾ ਪੱਖ ਪੂਰ ਰਹੇ ਸਨ, ਪਰ ਜਿਹੜੇ ਸਪਸ਼ਟ ਸਨ ਉਹ ਇਸ ਗੱਲ 'ਤੇ ਖੜ੍ਹੇ ਸਨ ਕਿ ਇਹ ਗਾਲ ਹੈ, ਇਹ ਕੋਈ ਹੋਰ ਗੱਲ ਨਹੀਂ ਹੈ। ਅਤੇ ਇੱਕ ਲੇਖਕਾ ਜਿਹੜੀ ਹੈ ਪੰਜਾਬ ਦੀ, ਜਿਹਨੂੰ ਬਾਅਦ 'ਚ ਇੱਕ ਅਵਾਰਡ ਵੀ ਮਿਲਿਆ, ਉਸ ਨੇ ਵੀ ਕਿਹਾ ਜੀ ਇਹ ਤਾਂ ਕੋਈ ਗਾਲ ਨਹੀਂ ਹੈ, ਇਹ ਤਾਂ ਵੈਸੇ ਹੀ ਗੱਲ ਹੈ। ਖੈਰ, ਇਸ ਗੱਲ ਦਾ ਵਿਰੋਧ ਹੋਇਆ। ਫਿਰ ਸ਼ੋਅ ਸੀ ਕੈਲਗਰੀ, ਗੁਰਦਾਸ ਮਾਨ ਦਾ ਇਹ ਕਹਿਣਾ ਕਿ ਮੈਂ ਉੱਥੇ ਮਾਫੀ ਮੰਗੀ, ਜਦ ਕਿ ਉਸ ਨੇ ਇਹ ਗੱਲ ਕਹੀ ਕਿ ਜਦੋਂ ਉੱਥੇ ਵੀ ਲੋਕਾਂ ਨੇ ਵਿਰੋਧ ਕੀਤਾ ਕਿ ਹੁਣ ਜੋ ਵੈਨਕੂਵਰ ਵਾਲੀ ਗੱਲ ਇੱਥੇ ਵੀ ਕਹਾਂ ਫਿਰ ਠੀਕ ਹੋਵੋਗੇ, ਕੁਝ ਇਸ ਤਰ੍ਹਾਂ ਦੀ ਗੱਲਬਾਤ ਕੀਤੀ। ਇਹ ਗੱਲਾਂ ਇਕੱਠੀਆਂ ਹੁੰਦੀਆਂ ਗਈਆਂ। ਬੇਸ਼ੱਕ ਇਹ ਇਕੱਲੇ ਤਤਕਾਲੀ ਕਾਰਨ ਨੇ, ਜਿਹੜੇ ਕਿ ਪੱਕੇ ਕਾਰਨ ਕੁਝ ਹੋਰ ਵੀ ਨੇ, ਜਿਨ੍ਹਾਂ ਬਾਰੇ ਜਿਹੜੇ ਇੱਥੇ ਕੁਝ ਇੱਕ ਬੰਦੇ ਇਲਜ਼ਾਮ ਤਰਾਸ਼ੀ ਕਰ ਰਹੇ ਨੇ ਕਿ ਜੀ ਦੇਖੋ ਇਹ ਲੋਕ ਅੰਦਰ ਜ਼ਹਿਰ ਰੱਖੀ ਬੈਠੇ ਸਨ, ਕਦੇ KPS ਗਿੱਲ ਵਾਲੀ, ਕਦੇ ਗੁਰਦਾਸ ਮਾਨ ਦੇ ਡੇਰਿਆਂ 'ਤੇ ਜਾਣ ਵਾਲੀ, ਕਦੇ ਗੁਰਦਾਸ ਮਾਨ ਦੇ ਨਕਲੀ ਨਿਰੰਕਾਰੀਆਂ ਦੇ ਬਾਰੇ, ਕਦੇ ਹੋਰ। ਇਹ ਸੱਚ ਹੈ, ਤੁਸੀਂ ਇਲਜ਼ਾਮ ਲਾ ਰਹੇ ਹੋ। ਅਸੀਂ ਸਮਝਦੇ ਹਾਂ ਕਿ ਲੋਕ ਮੰਨਦੇ ਨੇ ਇਹ ਗੱਲ, ਇਹਦੇ ਵਿੱਚ ਦੋ ਰਾਵਾਂ ਨਹੀਂ। ਅਤੇ ਉਹ ਲੋਕ ਜਿਹੜੇ ਇਹ ਗੱਲ ਕਹਿ ਰਹੇ ਨੇ, ਉਹਨਾਂ ਦੇ ਦਿਮਾਗ 'ਤੇ ਪਰਦਾ ਪਿਆ ਕਿ ਇਹ ਗੱਲਾਂ ਕੀ ਸੱਚ ਦੀ ਕਸਵੱਟੀ 'ਤੇ ਨਹੀਂ। ਥੋੜ੍ਹਾ ਜਿਹਾ ਪਿੱਛੇ ਜਾਈਏ, ਜਿਹੜੇ ਲੰਮੇ ਕਾਰਨ ਨੇ ਜਿਹਦੇ ਕਾਰਨ ਗੁਰਦਾਸ ਮਾਨ ਨੂੰ ਮੌਕਾ ਮਿਲਦਾ ਰਿਹਾ ਕਿ ਚਲੋ ਇਸ ਦੀ ਆਵਾਜ਼ ਚੰਗੀ ਹੈ, ਚਾਹੇ ਸੰਗੀਤ ਦਾ ਨਹੀਂ ਪਤਾ, ਸੰਗੀਤ ਦੇ ਨਾਲ ਗਾਇਕੀ ਦੇ ਨਾਲ ਜੁੜੇ ਸੱਜਣ ਇਹ ਜਾਣ ਸਕਦੇ ਨੇ ਕਿ ਇਹ ਗੱਲ ਸੱਚ ਹੈ ਕਿ ਜਿੱਥੇ ਰਾਗ ਦੀ ਸਮਝ ਹੋਰ ਰੱਖਦੇ ਨੇ, ਉੱਥੇ ਗੁਰਦਾਸ ਮਾਨ ਦੀ ਰਾਗ ਦੀ ਸਮਝ ਨਹੀਂ ਹੈ। ਪਰ ਕਿਉਂਕਿ ਉਹਨੂੰ ਲੋਕਾਂ ਨੇ ਪਸੰਦ ਕਰਨਾ ਸ਼ੁਰੂ ਕਰ ਦਿੱਤਾ, ਆਵਾਜ਼ ਸੀ, ਬੋਲਾਂ ਦੇ ਕਾਰਨ, ਅਤੇ ਇਸ ਕਰਕੇ ਉਹ ਜਿਹੜਾ ਉਹਨਾਂ ਦਾ ਰਾਗ ਦੀ ਜਾਂ ਆਵਾਜ਼ ਦੇ ਵਿੱਚ ਜਿਹੜੀ ਉਸ ਦੀ ਵੰਨਗੀ ਹੈ ਉਸ ਨੂੰ ਛੱਡ ਦਿੱਤਾ ਗਿਆ। ਜਿਸ ਤਰੀਕੇ ਨਾਲ ਖੇਡਾਂ ਦੇ ਖੇਤਰ ਤੋਂ ਇੱਧਰ ਆਇਆ, ਜਿਨ੍ਹਾਂ ਬੰਦਿਆਂ ਨੇ ਪਹਿਲੀ ਵਾਰ ਸਟੇਜ 'ਤੇ ਚਾੜਿਆ, ਉਹਨਾਂ ਬੰਦਿਆਂ ਨੇ ਬੀਤੇ ਦਿਨੀ ਇਹ ਗੱਲਾਂ ਕੁਝ ਦੱਸੀਆਂ ਜਿਹੜੀਆਂ ਕਿ ਅਸੀਂ ਵਿਸਥਾਰ 'ਚ ਨਹੀਂ ਜਾਣਾ ਚਾਹੁੰਦੇ। ਪਰ ਇਹ ਗੱਲ ਸੱਚ ਹੈ ਕਿ ਜਦੋਂ ਗੁੱਡੀ ਚੜ੍ਹਨ ਲੱਗੀ ਤਾਂ ਉਸ ਨੇ ਮਸਤੀ ਮਨਾ ਮੈਖਾਨੇ ਆ ਉਦੋਂ ਇਹ ਸ਼ੁਰੂ ਕੀਤਾ ਜਦੋਂ ਪੰਜਾਬ ਦੇ ਵਿੱਚ ਜਵਾਨੀ ਜਿਹੜੀ ਹੈ ਪੁਲਿਸ ਦੇ ਵੱਲੋਂ ਧੱਕੇ ਦੇ ਨਾਲ ਖਤਮ ਕੀਤੀ ਜਾ ਰਹੀ ਸੀ, ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਸੀ। ਉਸ ਵੇਲੇ ਬੇਅੰਤ ਸਿੰਘ ਬੁੱਚੜ ਪੰਜਾਬ ਦਾ ਜੋ ਮੁੱਖ ਮੰਤਰੀ ਸੀ, ਅਤੇ KPS ਗਿੱਲ ਬੁੱਚੜ ਜਿਹੜਾ ਕਿ ਪੰਜਾਬ ਪੁਲਿਸ ਦਾ ਮੁਖੀ ਸੀ, ਉਹਨਾਂ ਨੇ ਮਿਲ ਕੇ ਕੁਝ ਸਾਜ਼ਿਸ਼ਾਂ ਸ਼ੁਰੂ ਕੀਤੀਆਂ ਅਤੇ ਕੁਝ ਅਖੌਤੀ ਸੱਭਿਆਚਾਰਕ ਮੇਲਿਆਂ ਦੇ ਰਾਹੀਂ ਲੋਕਾਂ ਦਾ ਦਿਮਾਗ ਹੱਕ ਦੀ ਲੜਾਈ ਦੀ ਥਾਂ 'ਤੇ ਐਸ਼ਪ੍ਰਸਤੀ ਵੱਲ ਨੂੰ ਝੋਕ ਦਿੱਤਾ। ਇਹ ਗੱਲ ਵੀ ਸੱਚ ਹੈ ਕਿ ਜਿਹੜਾ ਮਨੋਰੰਜਨ ਹੈ ਇਹ ਕੇਵਲ ਟਾਈਮ ਪਾਸ ਨਹੀਂ ਹੁੰਦਾ, ਇਹ ਮਨੋਰੰਜਨ ਇੱਕ ਸ਼ਬਦ ਜੰਗ ਹੈ ਜਿਹੜੀ ਕਿ ਮਨੁੱਖ ਨੂੰ ਆਪਣੇ ਅਕੀਦੇ ਤੋਂ ਥੜਕਾ ਦਿੰਦੀ ਹੈ। ਜਿਹੜੇ ਹੱਕਾਂ ਦੀ ਲੜਾਈ ਲੜਦੇ ਨੇ ਉਹਨਾਂ ਨੂੰ ਹੀ ਲੋਕ ਆਪਣਾ
ਦੁਸ਼ਮਣ ਸਮਝਣਾ ਸ਼ੁਰੂ ਕਰ ਦਿੰਦੇ ਨੇ, ਉਹਨਾਂ ਦੇ ਵਿਰੋਧ 'ਚ ਆ ਜਾਂਦੇ ਨੇ, ਕਿਉਂਕਿ ਮਨੋਰੰਜਨ ਦੀ ਐਸ਼ ਪ੍ਰਸਤੀ ਦੇ ਨਾਲ ਲੋਕਾਂ ਦਾ ਦਿਮਾਗ ਫਿਰ ਜਾਂਦਾ ਹੈ। ਅਤੇ ਇਹ ਕੋਈ ਨਵਾਂ ਤਰੀਕਾ ਨਹੀਂ ਹੈ, ਸਦੀਆਂ ਤੋਂ ਚੱਲਦਾ ਆਉਂਦਾ ਹੈ। ਅਤੇ ਜੇਕਰ ਪੰਜਾਬ ਦੀ ਗੱਲ ਕਰੀਏ, ਦੇਸ਼ ਪੰਜਾਬ ਦੀ ਲੜਾਈ ਬੱਬਰ ਅਕਾਲੀਆਂ ਵੇਲੇ ਸੀ, ਉਸ ਵੇਲੇ ਦਾ ਵੀ ਇਤਿਹਾਸ ਪੜ੍ਹੋ, ਮਿਲਖਾ ਸਿੰਘ ਬੱਬਰ ਦੀ ਕਿਤਾਬ ਪੜ੍ਹੋ, ਬਖਸ਼ੀਸ਼ ਸਿੰਘ ਨਿੱਜਰ ਦੀ ਕਿਤਾਬ ਪੜ੍ਹੋ, ਬੱਬਰ ਯੋਧਿਆਂ ਦਾ ਇਤਿਹਾਸ ਪੜ੍ਹੋ। ਉਹਦੇ ਵਿੱਚ ਲਿਖਿਆ ਗਿਆ ਕਿ ਜਿਹੜੇ ਟੋਡੀ ਸਨ ਅੰਗਰੇਜ਼ਾਂ ਦੇ, ਝੋਲੀ ਚੁੱਕ ਸਨ, ਉਹਨਾਂ ਨੇ ਅਮਨ ਸਭਾਵਾਂ ਬਣਾਈਆਂ ਸਨ। ਜਿਵੇਂ ਕਿ ਇਹ 85-90 ਦੇ ਵਿੱਚ ਅਮਨ ਸਭਾਵਾਂ ਬਣਾ ਕੇ ਜਿਹੜੇ ਕਿ ਅਜਿਹਾ ਪਖੰਡ ਕਰ ਰਹੇ ਸਨ ਕਿ ਅਸੀਂ ਸੱਭਿਆਚਾਰ ਨੂੰ ਬਚਾ ਲਿਆ ਇਸ ਵੇਲੇ ਬਲਦੀ ਅੱਗ ਦੇ ਵਿੱਚ। ਅਤੇ ਇਸ ਗੱਲ ਦੇ ਤਰ੍ਹਾਂ ਹੀ ਉਹਨਾਂ ਟੋਡੀਆਂ ਨੇ, ਜਿਹੜਾ ਝੋਲੀ ਚੁੱਕਾਂ ਨੇ, ਉਹਨਾਂ ਅਮਨ ਸਭਾਵਾਂ ਦੇ ਵਿੱਚ ਇਹ ਕਿਹਾ ਸੀ ਕਿ ਜਿਹੜੇ ਬੱਬਰ ਨੇ ਇਹ ਖਰੂਦ ਮਚਾਉਂਦੇ ਨੇ, ਇਹ ਝਗੜੇ ਕਰਦੇ ਨੇ, ਇਹ ਅਮਨ ਨੂੰ ਖਤਰਾ ਨੇ, ਸੋ ਆਓ ਅਸੀਂ ਤੁਹਾਨੂੰ ਗਾਇਕ ਸਟੇਜਾਂ 'ਤੇ ਲਾਉਣੇ ਆ। ਉਸ ਵੇਲੇ ਵੀ ਨੱਚਣ ਗਾਉਣ ਵਾਲੇ, ਉਸ ਸਮੇਂ ਇਹੋ ਜਿਹਾ ਜਿਹੜਾ ਜਿਹਨੂੰ ਲੋਕ ਸਖਤ ਭਾਸ਼ਾ ਦੇ ਵਿੱਚ ਕੰਜਰਪੁਣਾ ਵੀ ਕਹਿੰਦੇ ਨੇ, ਉਸ ਨੂੰ ਵਰਤਦੇ ਰਹੇ। ਪਰ ਇਸ ਗੱਲ ਦੀ ਗਵਾਹੀ ਇਤਿਹਾਸ ਦਿੰਦਾ ਕਿ ਜਿਹੜੇ ਯੋਧੇ ਸਨ ਬੱਬਰ ਅਕਾਲੀ, ਉਹ ਫਿਰ ਉਹਨਾਂ ਨੂੰ ਦਵਲਦੇ ਵੀ ਸਨ। ਕਈ ਵਾਰ ਉਹਨਾਂ ਸਾਹਿਤ ਸਭਾਵਾਂ 'ਤੇ ਕਬਜ਼ੇ ਵੀ ਕਰਦੇ ਸਨ। ਸੁੰਦਰ ਸਿੰਘ ਬੱਬਰ ਦੀ ਕਿਤਾਬ ਪੜ੍ਹੋ, ਗੁਰਚਰਨ ਸਿੰਘ ਦੀ ਕਿਤਾਬ ਪੜ੍ਹੋ, ਜਾਂ ਇਸ ਦੇ ਨਾਲ ਰਾਜਵਿੰਦਰ ਸਿੰਘ ਰਾਹੀ ਦਾ ਲੇਖ ਪੜ੍ਹੋ, ਅਜਮੇਰ ਸਿੰਘ ਗੁਰਾਂ ਦੀਆਂ ਲਿਖਤਾਂ ਪੜ੍ਹੋ, ਜਾਂ ਇਸ ਤੋਂ ਇਲਾਵਾ ਹੋਰ ਕਈ ਜਿਹੜੇ ਅਗਾਂਹ ਵਧੂ ਨੇ ਜਿਨ੍ਹਾਂ ਦੇ ਵਿੱਚ ਬੜੇ ਚੰਗੇ ਚੰਗੇ ਲਿਖਾਰੀ, ਉਹਨਾਂ ਦੀਆਂ ਲਿਖਤਾਂ ਦੇ ਵਿੱਚ ਬੜਾ ਕੁਝ ਮਿਲੇਗਾ। ਸੋ ਉਸ ਵੇਲੇ ਉਹਨਾਂ ਸਾਹਿਤ ਸਭਾਵਾਂ ਵਿੱਚ ਜਾ ਕੇ ਬੱਬਰ ਕਬਜ਼ਾ ਕਰਦੇ, ਉਹਨਾਂ ਨੂੰ ਸਟੇਜ ਤੋਂ ਦਵਲਦੇ, ਅਤੇ ਫਿਰ ਕਿਸ਼ਨ ਸਿੰਘ ਗੜਗੱਜ ਵਰਗੇ, ਮਾਸਟਰ ਮੋਤਾ ਸਿੰਘ ਵਰਗੇ, ਜਾਂ ਸਰਦਾਰ ਕਰਮ ਸਿੰਘ ਬੱਬਰ ਅਕਾਲੀ ਵਰਗੇ ਸੰਬੋਧਨ ਵੀ ਕਰਦੇ। ਇਹ ਇਤਿਹਾਸ ਹੈ। ਸੋ ਇਹੀ ਗੱਲ 90ਵਿਆਂ ਦੇ ਵਿੱਚ ਹੋਈ। ਸੋ ਜਿਹੜੇ ਉਸ ਵੇਲੇ ਸਿੱਖ ਸੰਘਰਸ਼ ਦੇ ਨਾਲ ਜੁੜੇ ਹੋਏ ਸਨ, ਉਹਨਾਂ ਦੇ ਸੰਘਰਸ਼ ਨੂੰ ਬਦਨਾਮ ਕਰਨ ਲਈ ਇਹ ਮੈਖਾਨੇ ਆ ਮਸਤੀ ਮਨਾ ਵੱਲ ਲੋਕਾਂ ਨੂੰ ਤੋਰਿਆ ਗਿਆ। ਧੋਤੀ ਪੋਥੀ ਦੀ ਗੱਲ ਕੀਤੀ ਕਿ ਗੁਰਦਾਸ ਮਾਨ ਨੇ ਕੀਤੀ, ਇਸ ਦੇ ਖਿਲਾਫ ਵੀ ਜਿਹੜਾ ਹੈ ਆਵਾਜ਼ ਉੱਠੀ। ਇੱਥੋਂ ਤੱਕ ਕਿ ਖਾੜਕੂ ਲਹਿਰ ਦੇ ਦੌਰਾਨ ਵੀ ਜਦੋਂ ਗੁਰਦਾਸ ਮਾਨ ਸਿਖਰਲੇ ਪੱਧਰ 'ਤੇ ਸਿੱਖਾਂ ਦੇ, ਖਾਸ ਤੌਰ 'ਤੇ ਸਿੱਖ ਸੰਘਰਸ਼ ਵਾਲਿਆਂ ਦੇ ਵਿਰੋਧ 'ਚ ਭੁਗਤ ਰਿਹਾ ਸੀ, ਉਸ ਵੇਲੇ ਇਹ ਗੱਲ ਇਤਿਹਾਸਿਕ ਪ੍ਰਮਾਣ ਹੈ ਜਿਹੜਾ ਗੁਰਦਾਸ ਮਾਨ ਖੁਦ ਵੀ ਮੰਨਦਾ ਹੈ ਕਿ ਉਸ ਸਮੇਂ ਸ਼ਹੀਦ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹ ਉਸ ਵੇਲੇ ਸੰਘਰਸ਼ ਦੇ ਵਿੱਚ ਸਨ। ਅਤੇ ਇੱਕ ਥਾਂ 'ਤੇ ਪ੍ਰੋਗਰਾਮ ਜਿਹੜਾ ਬਾਕਾਇਦਾ ਉਲੀਕਿਆ ਹੋਇਆ ਸੀ। ਪਰ ਉਸ ਤੋਂ ਪਹਿਲਾਂ ਇਹ ਜਿਹੜੇ ਖਾੜਕੂ ਸਨ, ਉਹਨੇ ਕਿਹਾ ਕਿ ਇਹ ਵਿਅਕਤੀ ਲਗਾਤਾਰ ਜਿਹੜਾ ਇਹੋ ਜਿਹੇ ਗੀਤ ਗਾ ਰਿਹਾ ਜਿਹੜਾ ਕਿ ਸਾਨੂੰ ਨਿਸ਼ਚਿਤ ਤੌਰ 'ਤੇ ਮਿੱਥ ਕੇ ਸੱਟ ਮਾਰ ਰਿਹਾ ਅਤੇ ਸਰਕਾਰ ਦਾ ਹੱਥ ਠੋਕਾ ਬਣ ਰਿਹਾ। ਉਹਨਾਂ ਦਿਨਾਂ ਦੇ ਵਿੱਚ ਗੀਤ ਜਦੋਂ 13 ਸੀ, ਸਿੱਖੀ ਦੇ ਵਿੱਚ ਇੱਕ ਸਤਿਕਾਰ ਦੇ ਨਾਲ ਸ਼ਬਦ ਵਰਤਦੇ ਆ, ਹਾਲਾਂਕਿ ਉਹ 13 ਹੈ, ਗੁਰੂ ਨਾਨਕ ਸਾਹਿਬ ਦੇ ਸ਼ਬਦਾਂ ਨਾਲ ਜੋੜ ਦਿੰਦੇ, ਅਸੀਂ 13 ਵੀ ਕਹਿ ਦਿੰਦੇ 13। ਸੋ ਇਹਦਾ ਗੀਤ 13 ਦੂਣਾ 26 ਹੈ, ਅਤੇ 26 ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਲੱਗੀ ਰਹਿਣ ਦੇ। ਉੱਥੇ 13 ਦਾ ਅਰਥ ਕੋਈ ਹੋਰ ਨਹੀਂ ਸੀ, ਉਹ 13 ਅਤੇ ਉਹਨੂੰ 26 ਬਣਾ ਕੇ ਪੇਸ਼ ਕਰਨਾ ਇੱਕ ਸ਼ਰਾਰਤੀ, ਸਾਜ਼ਿਸ਼ੀ ਅਤੇ ਭੜਕਾਹਟ ਪੈਦਾ ਕਰਨ ਵਾਲੀ ਗੱਲ ਸੀ। ਸੋ ਉਸ ਪ੍ਰੋਗਰਾਮ ਦੇ ਦੌਰਾਨ ਉਹ ਜਿਹੜੇ ਖਾੜਕੂ ਮੌਜੂਦ ਰਹੇ, ਇਸ ਨੇ ਫਿਰ ਸਟੇਜ 'ਤੇ ਉਸੇ ਤਰ੍ਹਾਂ ਗਾਇਆ। ਇਹ ਗੱਲ ਭਰੋਸੇਯੋਗ ਸੂਤਰਾਂ ਅਨੁਸਾਰ ਵੀ, ਅਤੇ ਖੁਦ ਗੁਰਦਾਸ ਮਾਨ ਇਸ ਤੋਂ ਮੁੱਕਰਦਾ ਨਹੀਂ ਹੈ ਕਿ ਪ੍ਰੋਗਰਾਮ ਤੋਂ ਬਾਅਦ ਉਹਨਾਂ ਨੇ ਉਸ ਨੂੰ ਸੱਦਿਆ ਅਤੇ ਕਿਹਾ ਕਿ ਤੇਰੀ ਆਵਾਜ਼ ਚੰਗੀ ਹੈ, ਤੂੰ ਗਾਉਣਾ ਚੰਗਾ, ਪਰ ਜੋ ਤੂੰ ਬੋਲ ਰਿਹਾ ਇਹ ਮਿੱਥ ਕੇ ਨਿਸ਼ਾਨਾ ਬਣਾ ਕੇ ਜਿਹੜਾ ਹੈ ਸਿੱਖੀ ਦਾ ਨੁਕਸਾਨ ਕਰ ਰਿਹਾ। ਤੈਨੂੰ ਜੇ ਕੁਦਰਤ ਨੇ ਇਹ ਕੁਝ ਦਿੱਤਾ ਅਤੇ ਤੈਨੂੰ ਇਸ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ। ਹਾਲਾਂਕਿ ਉਹ ਇਸ ਗੱਲ ਤੋਂ ਖਫਾ ਵੀ ਸਨ ਕਿ ਜੋ ਕਰ ਰਿਹਾ, ਪਰ ਉਹਨਾਂ ਨੇ ਇਸ ਗੱਲ ਨੂੰ ਜਦੋਂ ਗੁਰਦਾਸ ਮਾਨ ਨੂੰ ਸਮਝਾਇਆ ਅਤੇ ਚੇਤਾਵਨੀ ਦਿੱਤੀ, ਇਹ ਉਸ ਦੇ ਸ਼ਬਦ ਨੇ ਕਿ ਮੈਨੂੰ ਦੂਜੀ ਜ਼ਿੰਦਗੀ ਮਿਲੀ। ਇਹ 90ਵਿਆਂ ਦੀ ਗੱਲ ਹੈ, ਇਤਿਹਾਸਕ ਪ੍ਰਮਾਣਿਕ ਗੱਲ। ਖੈਰ, ਉਸ ਤੋਂ ਸਬਕ ਸਿੱਖਣ ਦੀ ਥਾਂ 'ਤੇ ਗੁਰਦਾਸ ਮਾਨ ਨੇ ਇਸ ਗੱਲ ਦੇ ਲਈ ਵੀ ਇੱਕ ਆਪਣੀ ਮੌਕਾ ਪ੍ਰਸਤੀ ਨੂੰ ਵਰਤਿਆ, ਅਤੇ ਫਿਰ ਉਸੇ ਹੀ ਲੀਹ 'ਤੇ ਚੱਲਦਾ ਗਿਆ। ਇੱਕ ਸਮਾਂ ਆਇਆ ਕਿ ਆਪਣੀ ਫਿਲਮ ਦੇਸ ਹੋਇਆ ਪਰਦੇਸ ਬਣਾਈ। ਲੋਕ ਇਹ ਸਮਝਦੇ ਨੇ ਕਿ ਉਸ ਫਿਲਮ ਦੇ ਵਿੱਚ ਪੰਜਾਬ ਦੇ ਦੁਖਾਂਤ ਦੀ ਗੱਲ ਹੈ, ਪਰ ਕਿਉਂਕਿ ਇੱਕ ਨੀਤੀ ਜਿਹੜੀ ਹੈ ਉਸ ਵੇਲੇ ਦੇ ਕਵੀਆਂ ਦੀ ਵੀ, ਇੱਕ ਪਾਸੇ ਇਹ ਕਹਿਣਾ ਕਿ ਹਟ ਹਾਕਮਾਂ 'ਤੇ ਤੂੰ ਵੀ ਹਟ ਸ਼ੇਰ ਬੱਗਿਆ, ਇਹ ਗੱਲਾਂ ਨੂੰ ਬੈਲੈਂਸ ਕਰਨ ਦੀ ਸੋਚ ਕਰਨੀ, ਜਾਂ ਇੱਕ ਪਾਸੇ ਬਾਗੀ ਨੂੰ ਵੀ ਹਕੂਮਤ ਦੇ ਬਰਾਬਰ ਖੜਾ ਕਰ ਦੇਣਾ। ਹਕੂਮਤ ਜਿਹੜੀ ਕਿ ਜ਼ੁਲਮ ਢਾ ਰਹੀ ਹੈ ਅਤੇ ਬਾਗੀ ਜਿਹੜਾ ਇਨਸਾਫ ਲਈ ਲੜ ਰਿਹਾ,
ਸਾਡੇ ਸਾਹਿਤਕਾਰਾਂ ਨੇ ਦੋਨਾਂ ਨੂੰ ਸੰਤੁਲਨ ਕਰਨ ਦੀ ਕੋਸ਼ਿਸ਼ ਕੀਤੀ ਤੇ ਹਕੂਮਤ ਦੇ ਹੱਕ ਦੇ ਵਿੱਚ ਪੁਸ਼ਟ ਪਨਾਹੀ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਤਰੀਕੇ ਨਾਲ ਹੀ ਗੁਰਦਾਸ ਮਾਨ ਨੇ ਇੱਕ ਪਾਸੇ ਫਿਲਮ ਬਣਾਈ, ਦੂਸਰੇ ਪਾਸੇ ਉਸ ਦਾ ਸੰਗੀਤ ਪੰਜਾਬ ਦੇ ਬੁੱਚੜ KPS ਗਿੱਲ ਤੋਂ ਜਾਰੀ ਕਰਵਾਇਆ। ਇਹ ਗੱਲ ਦਾ ਜਿਹੜਾ ਦੁਖਾਂਤ ਸੀ ਬੜਾ ਵੱਡਾ ਸੀ। ਇਸ ਤੋਂ ਇਲਾਵਾ ਨਿਰੰਕਾਰੀ ਦੀ ਅਵਤਾਰ ਬਾਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਜੋ ਨੁਕਸਾਨ ਹੋਇਆ, 78ਵਿਆਂ ਦੇ ਵਿੱਚ ਨਕਲੀ ਨਿਰੰਕਾਰੀ ਗੁਰਬਚਨੇ ਦੇ ਵੱਲੋਂ ਜਿਸ ਤਰੀਕੇ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੇ ਪੰਜਾਬ ਦੇ ਹਾਲਾਤ ਵਿਗੜੇ, ਉਸ ਤੋਂ ਬਾਅਦ ਉਹਦਾ ਸੋਧਾ ਵੀ ਲੱਗਿਆ ਤੇ ਜੋ ਕੁਝ ਚੱਲਿਆ ਇੱਕ ਲੰਮਾ ਵਿਸ਼ਾ ਹੈ। ਪਰ ਬੀਤੇ ਕੁਝ ਵਰ੍ਹਿਆਂ ਦੇ ਵਿੱਚ ਉਹੀ ਗੁਰਦਾਸ ਮਾਨ ਉੱਥੇ ਜਾ ਕੇ ਅਵਤਾਰ ਬਾਣੀ ਦੇ ਬਾਰੇ ਬੋਲ ਰਿਹਾ ਹੈ, ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਦੇ ਵਿੱਚ ਇੱਕ ਚੁਣੌਤੀ ਦੇ ਤੌਰ ਤੇ ਇਹ ਅਵਤਾਰ ਬਾਣੀ ਨਾਂ ਦਿੱਤਾ ਸੀ, ਗੁਰਬਾਣੀ ਦੇ ਬਰਾਬਰ। ਇਹ ਇੱਕ ਸਾਜ਼ਿਸ਼ ਸੀ, ਇਹ ਸਭ ਜਾਣਦੇ ਨੇ। ਤੇ ਗੁਰਦਾਸ ਮਾਨ ਨੇ ਕਿਹਾ ਕਿ ਜੇ ਅਵਤਾਰ ਬਾਣੀ ਸਭ ਦੇ ਘਰ ਘਰ ਪਹੁੰਚੇ, ਹਰ ਕੋਈ ਪੜ੍ਹੇ, ਤਾਂ ਅੱਜ ਮਾਹੌਲ ਬਦਲ ਸਕਦਾ। ਇਹ ਵੀਡੀਓ ਅੱਜ ਵੀ ਨੇ ਇੱਕ ਬੜੀ ਘਟੀਆ ਸਾਜ਼ਿਸ਼। ਇਹ ਸਾਜ਼ਿਸ਼ ਕਿ ਪੰਜਾਬ ਦੇ ਲੋਕਾਂ ਦਾ ਦਿਮਾਗ ਖਰਾਬ ਕਰਨਾ। ਫਿਰ ਉਹ ਇੱਥੇ ਹੀ ਨਹੀਂ ਰੁਕਿਆ। ਇੱਕ ਡੇਰਾ ਜਿਹੜਾ ਕਿ ਉਸ ਨੂੰ ਉਸ ਦੇ ਸਾਈਆਂ ਦਾ ਡੇਰਾ ਲੱਗਦਾ, ਨਕੋਦਰ ਦਾ ਜਿਹੜਾ ਉਹ ਚਿਲਮਾ ਪੀਣਾ ਨਸ਼ੇੜੀ ਵਿਅਕਤੀ ਲਾਡੀ ਬਾਦਸ਼ਾਹ, ਜੋ ਵੀ ਉਸ ਦਾ ਨਾਂ ਹੈ, ਜਿਹੜਾ ਮਾਂ ਭੈਣ ਦੀਆਂ ਗਾਲਾਂ ਵੀ ਕੱਢਦਾ ਤੇ ਗੁਰਦਾਸ ਮਾਨ ਪੈਸੇ ਖਾਤਰ ਜਿਸ ਤਰੀਕੇ ਨਾਲ ਉਹਦੇ ਸੋਲੇ ਗਾਉਂਦਾ ਤੇ ਉੱਥੇ ਚਿਲਮਾ, ਬੀੜੀਆਂ, ਨਸ਼ੇ, ਪੰਜਾਬ ਦੀ ਜਵਾਨੀ, ਪੰਜਾਬ ਦੀ ਕਿਰਸਾਨੀ, ਉਹਨਾਂ ਸਾਰਿਆਂ ਨੂੰ ਸੱਟ ਮਾਰੀ ਜਾ ਰਹੀ ਹੈ, ਜਿਸ ਦੇ ਬਾਰੇ ਬੋਲਦਿਆਂ ਬੋਲਦਿਆਂ ਗੁਰਦਾਸ ਮਾਨ ਹੱਦਾਂ ਟੱਪ ਗਿਆ। ਕਹਿਣ ਲੱਗਿਆ ਕਿ ਇਹ ਤਾਂ ਭੱਲਾ ਹੈ ਤੇ ਭੱਲੇ ਤਾਂ ਗੁਰੂ ਅਮਰਦਾਸ ਦੇ ਵੰਸ਼ਜ ਨੇ, ਇਸ ਕਰਕੇ ਗੁਰੂ ਸਾਹਿਬ ਦੇ ਵੰਸ਼ਜ ਹੋਏ। ਲੱਖ ਲਾਹਨਤ ਹੈ ਇਸ ਗੱਲ ਦੀ ਕਿ ਗੁਰੂ ਸਾਹਿਬ ਨੇ ਤਾਂ ਇਸ ਗੱਲ ਦਾ ਵੈਸੇ ਹੀ ਸਿੱਧੇ ਰੂਪ 'ਚ ਕਰ ਦਿੱਤਾ ਹੈ ਕਿ ਤਖਤ ਰਾਜਾ ਸੋ ਬਹਿ ਜੋ ਤਖਤੇ ਲਾਇਕ ਹੋਈ। ਗੁਰਤਾ ਗੱਦੀ ਤਾਂ ਆਪਣੇ ਬੱਚਿਆਂ ਤੱਕ ਨੂੰ ਨਹੀਂ ਦਿੱਤੀ, ਨਾ ਸ੍ਰੀ ਚੰਦ ਲਖਮੀ ਦਾਸ, ਨਾ ਦਾਤੂ ਤੇ ਦਾਸੂ, ਨਾ ਮੋਰੀ ਤੇ ਉਹਨਾਂ ਜਿਹੜੇ ਬੱਚੇ ਉਹਨਾਂ ਦੇ ਅਗਾਂਹ ਵੰਸ਼ਜ ਨੇ, ਗੁਰੂ ਸਾਹਿਬ ਨੇ ਉਹਨਾਂ ਨੂੰ ਗੁਰਤਾ ਗੱਦੀ ਨਹੀਂ ਦਿੱਤੀ। ਇਹ ਨਸ਼ੇੜੀ ਵਿਅਕਤੀ। ਸੋ ਉਸ ਦੇ ਬਾਰੇ ਇਹ ਕਿਹਾ ਜਾ ਸਕਦਾ ਸੀ ਉਸ ਵੇਲੇ ਲੋਕਾਂ ਦੇ ਵੱਲੋਂ ਕਿ ਤੂੰ ਜੋ ਇਹ ਕੁਕਰਮ ਕੀਤਾ ਇਹ ਨਾ ਬਖਸ਼ਣਯੋਗ ਹੈ, ਪਰ ਉਸਨੇ ਇੱਕ ਅਖੌਤੀ ਜੀ ਰਸਮੀ ਜੀ ਮਾਫੀ ਮੰਗੀ। ਪਰ ਲੋਕਾਂ ਦਾ ਇਹ ਸੀ ਕਿ ਜਿਹੜੀ ਗੁਰੂ ਸਾਹਿਬ ਨੂੰ ਨਿੰਦ ਕੇ ਜਾਂ ਭੰਗੀ ਦੀ ਤੁਲਨਾ ਕਰੇ ਨਾਲ ਗੁਰੂ ਸਾਹਿਬਾਨ, ਦੋਸ਼ੀ ਸਿੱਖ ਸਮਾਜ ਦਾ ਕੌਮ ਵਿਰੋਧੀ ਮਾਨ, ਇਹ ਮਾਨ ਜਿਹੜਾ ਉਸ ਵੇਲੇ ਸਾਬਤ ਹੋਇਆ ਉਹ ਇੱਕ ਜ਼ਖਮ ਹੋਰ ਹੈ। ਤੇ ਇੱਥੇ ਹੀ ਬਸ ਨਹੀਂ, ਉਸ ਤੋਂ ਬਾਅਦ ਗੁਰਦਾਸ ਮਾਨ ਨੇ ਜੋ ਹੋਰ ਕੁਝ ਕੀਤਾ ਉਹਦੀ ਇੱਕ ਲੰਮੀ ਲਿਸਟ ਹੈ, ਜਿਹੜੀ ਲਿਸਟ ਅਸੀਂ ਅੱਗੇ ਜਾ ਕੇ ਇੱਕ ਗੀਤ ਦੇ ਰੂਪ 'ਚ ਕੁਝ ਬੋਲਾਂ 'ਚ ਸਾਂਝੀ ਵੀ ਕਰਾਂਗੇ। ਪਰ ਉਹ ਸਾਰਾ ਕੁਝ ਜਿਹੜਾ ਇਸ ਕਰਕੇ ਲੋਕਾਂ ਦੇ ਮਨਾਂ 'ਚ ਪਹਿਲਾਂ ਵੀ ਸੀ, ਇਹ ਤਾਜ਼ਾ ਘਟਨਾਵਾਂ ਕਾਰਨ, ਤਤਕਾਲੀ ਕਾਰਨ ਬਣੇ ਲੋਕਾਂ ਦੇ ਇਸ ਵਿਰੋਧ ਦਾ ਉਭਾਰ ਬਣਿਆ। ਉਭਾਰ ਦੇ ਵਿੱਚ ਲੋਕਾਂ ਨੇ ਜਦੋਂ ਗੁਰਦਾਸ ਮਾਨ ਦੇ ਵੱਲੋਂ ਬੱਤੀ ਵਾਲੀ ਗਾਲ ਕੱਢੀ ਗਈ ਤਾਂ ਵਿਰੋਧ ਕੀਤਾ ਤੇ ਵਿਰੋਧ ਤੋਂ ਬਾਅਦ ਇਹ ਵਿਰੋਧ ਸਰਕਾਰੀ ਵਿਰੋਧ ਦੇ ਰੂਪ 'ਚ ਬਦਲਿਆ, ਕਿਉਂਕਿ ਸਰਕਾਰ ਇੱਕ ਰਾਸ਼ਟਰ ਇੱਕ ਭਾਸ਼ਾ ਦਾ ਨਾਅਰਾ ਦੇ ਰਹੀ ਸੀ ਤੇ ਗੁਰਦਾਸ ਮਾਨ ਸਰਕਾਰ ਦੇ ਹੱਕ 'ਚ ਭੁਗਤ ਰਿਹਾ ਸੀ। ਮਨੂਵਾਦ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਨ ਤੇ ਤੁਲਿਆ ਹੋਇਆ ਤੇ ਗੁਰਦਾਸ ਮਾਨ ਉਸ ਦੇ ਹੱਕ 'ਚ ਭੁਗਤ ਰਿਹਾ। ਡੇਰਾਵਾਦ ਪੰਜਾਬ ਦੇ ਵਿੱਚ ਜੋ ਕੁਝ ਫੈਲਾ ਰਿਹਾ, ਗੁਰਦਾਸ ਮਾਨ ਉਸ ਦਾ ਜਿਹੜਾ ਇੱਕ ਉਦਾਹਰਨ ਬਣ ਕੇ ਪੇਸ਼ ਹੋ ਰਿਹਾ। ਕਿਉਂਕਿ ਜਦੋਂ ਉਹ ਗਾਉਂਦਾ, ਜਿਹਨੂੰ ਲੋਕ ਸੁਣਦੇ ਨੇ, ਜਦੋਂ ਉਹ ਕਹਿੰਦਾ ਕਿ ਇਹ ਡੇਰਾ ਲਾਡੀ ਸ਼ਾਹ ਜਿਹੜਾ ਹੈ ਮੇਰਾ ਮੁਰਸ਼ਦ ਹੈ ਤੇ ਇੱਥੇ ਆਓ, ਤੇ ਪੰਜਾਬ ਦੀ ਜਵਾਨੀ ਦੇ ਵਿੱਚ ਇਹ ਗੱਲ ਸੁਭਾਵਕ ਹੀ ਪੈਦਾ ਹੁੰਦੀ ਹੈ ਕਿ ਸਾਨੂੰ ਇੱਥੇ ਜਾਣਾ ਚਾਹੀਦਾ ਕਿਉਂਕਿ ਸਾਡਾ ਗਾਇਕ ਕਹਿ ਰਿਹਾ। ਸੋ ਇਹ ਦਰਬਾਰੀ ਤੇ ਸਰਕਾਰੀ ਗਵਈਏ ਨੇ ਇਸ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ। ਆਖਰਕਾਰ ਕਿਸਾਨ ਸੰਘਰਸ਼ ਦੇ ਵਿੱਚ ਵੀ ਉਸ ਨੂੰ ਉੱਥੋਂ ਮੂੰਹ ਦੀ ਖਾਣੀ ਪਈ। ਉੱਥੋਂ ਉਹਨੂੰ ਇਸ ਕਰਕੇ ਸਟੇਜ 'ਤੇ ਨਾ ਚੜ੍ਹਨ ਦਿੱਤਾ ਗਿਆ ਕਿ ਤੂੰ ਜੋ ਕੁਝ ਕੀਤਾ, ਲੋਕ ਵਿਰੋਧੀ, ਕਿਸਾਨ ਵਿਰੋਧੀ ਸਰਕਾਰ ਜੋ ਕਰਵਾ ਰਹੀ ਹੈ, ਜਾਂ ਇਸ ਦੇ ਨਾਲ ਜਿਹੜਾ ਇੱਕ RSS ਦੀ ਏਜੰਟੀ ਹੈ ਜਿਹੜੀ ਉਹ ਕਰਵਾ ਰਹੀ ਹੈ, ਇਹ ਸਾਰਾ ਮਿੱਥਿਆ ਹੋਇਆ। ਖੈਰ ਉਸ ਵੇਲੇ ਵਿਰੋਧ ਵੱਧਦਾ ਉਸ ਦੇ ਜੀਵਨ ਦਾ ਇਹ ਹਿੱਸਾ ਬਣ ਗਿਆ। ਆਖਰਕਾਰ ਹੁਣ ਦੀ ਤਾਜ਼ਾ ਘਟਨਾ ਕਿ ਅਮਰੀਕਾ ਦੇ ਵਿੱਚ ਕੁਝ ਸ਼ੋਅ ਉਲੀਕੇ ਗਏ ਸਾਜ਼ਿਸ਼ੀ ਢੰਗ ਦੇ ਨਾਲ ਇਹ ਦੇਖਣ ਲਈ ਕਿ ਲੋਕ ਵਿਰੋਧ ਕਰਦੇ ਆ ਕਿ ਨਹੀਂ, ਪਰ ਲੋਕਾਂ ਦਾ ਵਿਰੋਧ ਲਗਾਤਾਰ ਵਧਿਆ ਤੇ ਇਸ ਵਿਰੋਧ ਨੂੰ ਕੁਝ ਇੱਕ ਜਿਹੜੇ ਉਹਦੇ ਪ੍ਰਮੋਟਰ ਨੇ ਉਹਨਾਂ ਨੇ ਰੋਕਣ ਦੇ ਵਾਸਤੇ ਇੱਕ ਰੇਡੀਓ ਤੇ ਜਾ ਕੇ ਇੱਕ ਮਾਫੀ ਦਾ ਢਕਵੰਜ ਕੀਤਾ, ਗਿਣੀ ਮਿਥੀ ਸਕ੍ਰਿਪਟ, ਜਿਸ ਦੇ ਵਾਸਤੇ ਗੁਰਦਾਸ ਮਾਨ ਨੂੰ ਜੋ ਕਿਹਾ ਗਿਆ ਉਸਨੇ ਬੋਲ ਦਿੱਤਾ ਤੇ ਮੇਜ਼ਬਾਨ ਨੇ ਕਿਹਾ ਚਲੋ ਜੀ ਹੁਣ ਗੱਲ ਮੁੱਕ ਗਈ। ਪਰ ਜਦੋਂ ਉਸ ਤੋਂ ਬਾਅਦ ਗੁਰਦਾਸ ਮਾਨ ਨੇ ਬੋਲਣਾ ਸ਼ੁਰੂ ਕੀਤਾ, ਸੱਚ ਫੇਰ ਸਾਹਮਣੇ ਆਇਆ ਕਿ ਜੀ ਮੈਂ ਕੀ ਏਡੀ ਗੱਲ ਕਰ ਦਿੱਤੀ, ਮੈਨੂੰ ਉਹਨਾਂ ਨੇ ਗਾਲ ਕੱਢੀ,
मैं उन्होंने गाल कढ़ दी। जे ये गाल उन्होंने कढ़ी जाती तो गोली मार देंगे। एक अमृत की बू की काफ़ी अग बुझावन लई रोंदा रोंदा अपनी अखां चों हंझू सुੱਟ के कहंदा ये अमृत की बूद है, तो जिहड़े विरोध कर रहे हैं उन्हों की अग है, मैं उहदे नाल बुझा रहा। इहो जिहा सारा कुछ जदों कीता लोकां नूं शक हो गया कि माफ़ी नहीं। फिर भी कुछ सुहिरद सज्जण जिन्हां च साडे मीडिया कर्मी भी ने, उन्होंने बड़ा कुछ किया। देखो जी गुरदास मान ने हुण जदों माफ़ी ही मंग लई तो हुण छड्डो, जबकि वो माफ़ी पंजाबी माँ बोली दे वारस संस्था वालों नहीं किसी ने मंगवाई, ना ही किसी जथेबंदी वालों, ना ही साडे कोलों माफ़ी जिन्होंने आवाज़ उठाई है। माफ़ी तो असल च लोगों तो चाहिए है। एक रेडियो ते बैठ के माफ़ी मंगनी, एक जनता दे विच जिहड़ा है उस दे वल्लों गाल कड्ढी जानी। तो ये भी गल सच है कि जे ईमानदार हुंदे गुरदास मान ते उस दे प्रमोटर तो ये शो करन तो रखण तो पहलां अजिहा करदे, पर पहलां उन्होंने चलन दिता। जदों देखिया कि ये शो भी कनेडा के शोआं वांग रादी होएगा तो फिर ये साजिश शुरू कर दी। पर गुरदास मान दे कोल जरैंद कित्थे सी? उसने अगले ही दिन पंजाब दे विच एक प्रैस कानफ्रेंस के दौरान फिर उही जिहड़ा नज़ला झाड़ दिता, जिहड़े बत्ती नूं कहण जिहड़े बत्ती नूं समझण गाल वो माँ बोली दे कंगाल। तो उत्थे ये कहता कि जद लड़दे होण चलूणे बत्ती देनी पैंदी है, ते नाल बोल रहा कि देखो जी बत्ती देनी तो यह तो एक साडा इलाज है। देखो साजिश, एक गाल, एक पंजाबी सभ्याचार की एक मलमी जी गल कर दी कि यह तो जी जदों बच्चों के चलूने लड़ते सी मावां भी बत्ती दिंदियां ने। आ बत्ती एक बच्चे नूं बत्ती देनी कि जदों पंजाबी दे खिलाफ तू बोल रहा सी, विरोध करने वाले मुर्दाबाद कर रहे सी, वो बत्ती उही सी जिहड़ी बत्ती एक माँ बच्चे नूं दिंदी है चलाउणे लई, वो भी अज नहीं दिंदी। जिस कैनेडा अमेरिका की तू गल कर रहा, इत्थे तां किसी नूं ये गल गुरदास मान जीओ कह के देख लो तो तुहाडे ते सीधे चार्ज लगणगे, सैक्सुअल असाल्ट है, जिसमानी तौर पर उसका जिहड़ा शोषण है। किसी नूं कहना तेरे बत्ती दे दईए इलाज करने लई, किसी बच्चे दे वास्ते। इहो जी सोच जिहड़े लोग अखां ते पट्टी बन के जिहड़े ਸਾਹਿਤ सभावां वाले ਜਾਂ मीडिया वाले ਉਹਨੂੰ बचाउण ਦੀ कोशिश कर रहे सी, फिर जाके उन्हां दीआं अखां खुल्लीਆਂ ਤੇ ਉਹਨਾਂ ने ਆਪਣੀਆਂ अखां खोलदिआं सार लिखना शुरू किया कि गुरदास मान हुण तेरा कोई इलाज नहीं। तू अपनी गल नूं ना सिर्फ जस्टिफाई किया कि मैं जो गाल कढ़ी सही है, बल्कि तू होर भाजी चाड़ दित्ती है। शो कराउण वालिआं दा मुलम्मा भी लै गया जिहड़े कि ये अखौती माफ़ी की गल करते सन, तो उसने अपनी तुकबंदी दे विच हल्की जी जिहड़ी टोटकेबाजी दे विच ऐसियां गल्लां करतियां, एक ऐसा तुकबंदी के रूप च गीत ही लिख दिता। हुण आउंदे समय उहनूं रिलीज़ करेगा गुरदास मान कि बत्ती बत्ती क्यों देनी पैंदी है। तो हुण अज इसे कारण ये मान बत्तियां वाला कह के जानना शुरू कर दिता लोगों ने, क्योंकि उसने ये गल नूं इउं बयान कर दिता। तो गुरदास मान दे इस गीत दे विच जिहड़ा उसने ताज़ा साझा किया, उस दे उत्तर दे विच असीं जदों देखदे हां कि ये शर्मनाक चीज़ है, इसनूं ਸਾਹਿਤਕ तौर पर भी जे इसका उत्तर दिता जाए तो वह देना बनता है। कुछ इस तरह जिहड़ा वो कह रहा कि मेरा कसूर नहीं सी, मैनू जानबुझ के बदनाम किया जा रहा है, जानबुझ के बदनाम नहीं किया जा रहा है, ये सच्चाई है। तो गुरदास मान कुछ तेरे ना ये बोलने जां गुरदास मान दे अजे भी जिहड़े सोले गाउण वाले मीडिया च जां ਸਾਹਿਤ ਦੇ ਵਿੱਚ ਜਾਂ आम दर्शकों ਦੇ ਵਿੱਚ ਉਹਨਾਂ ਨੂੰ भी संबोधन ने। सच सुनी मर जाणिया तेरा हुंदा सी सत्कार, पर शोहरत चढ़ी दिमाग नूं मत ऐसी दित्ती मार। ਧੀਆਂ ਭੈਣਾਂ ਸਾਹਮਣੇ तू दिता अदब विसार, बेअदबी दी शब्दावली तैनूं गई जिउंदे मार। ਧੀਆਂ ਭੈਣਾਂ ਸਾਹਮਣੇ तू दिता अदब विसार, बेअदबी दी शब्दावली तैनूं गई जिउंदे मार। अगे जिहड़ी इस दे विच कुछ शब्द ने, मूँह थुक्कां फिक्के पैंदियां पाणा दी मार। गुरबाणी च एक शब्द है, फिक्का मूर्ख आखिए पाणा ले सजाए, फिक्का दरगे सटिए मूँह थुक्कां फिक्के पाए, फिक्का मूर्ख आखिए पाणा ले सजाए। सो मूँह थुक्कां फिक्के पैंदियां सिर पाणा दी मार। बत्ती तेरे जिस्म चों बण बरशी हो गई पार, अरशों फरसी छुट्टिया तैनूं तेरे ही हंकार। पंजाबी दे दोखिया तू कीता पिठ ते बार,
माँ बोली नूं अपमान के दिता गैरां नूं सत्कार, ताइयों तैथों खोलिया वारिस शाह पुरस्कार, इक्को बोली देश दी दिता नारा जो सरकार, इक्को बोली देश दी दिता नारा जो सरकार, जाके देश विदेश विच कीता तूं प्रचार, पंजाबी दे गरदार नूं पंजाबी दे गद्दार नूं थां थां ते पई फटकार, सुजों वर्गे अमर ने मां बोली दे सेवादार, 32 मान गदार दा बुरका देण उतार, तेरा एक गुनाह नहीं पापिया है लम्मी बड़ी कतार, सी बुच्चड़ देश पंजाब दा, सी बुच्चड़ देश पंजाब दा, गिल केपी तेरा यार, कदे चिलमा पीने साध नूं दसें गुरुआं दा परिवार, कदे चिलमा पीने साध नूं दसें गुरुआं दा परिवार, बण कंजरी लाडी शाह दी सरबंस ताईं विसार, रिहा नकलियां नूं प्रचार दा छड़ असली दा दरबार, चंगा होया परख लिया आपे बणिया सेवादार, बिच चराहे भजिया ये तेरा दोहरा किरदार, झूठा करदा कदे ना सिच स्थित सच्चे नाल प्यार, गीतां दे विच आ गया सच अंदरला बाहर। यही गीत जिहड़ा हुण आया जी, जद लड़दे होण चलूणे बत्ती देनी पैंदी है, जो बत्ती नूं समझण गाल ਉਹ ਮਾਂ ਬੋਲੀ ਦੇ ਪੰਜਾਬੀ ਦੇ ਤੋਂ ਕੰਗਾਲ। ਇਹ ਸਾਹਮਣੇ ਆ ਗਿਆ, ਝੂਠਾ ਕਦੇ ਨਾ ਕਰਦਾ ਚਿੱਤ ਸੱਚੇ ਨਾਲ ਪਿਆਰ, ਗੀਤਾਂ ਦੇ ਵਿੱਚ ਆ ਗਿਆ ਸੱਚ ਅੰਦਰਲਾ ਬਾਹਰ, ਤੇ ਚੜ੍ਹਦੀ ਕਲਾ ਵਿੱਚ ਜੀਵਦੇ ਪੰਜਾਬੀ ਦੇ ਪਹਿਰੇਦਾਰ, ਪੰਜਾਬੀ ਦੇ ਪਹਿਰੇਦਾਰ। ਦਰਅਸਲ ਇਹ ਜਿਹੜੇ ਸ਼ਬਦ ਨੇ, ਇਹ ਬੋਲ, ਇਹ ਉਸ ਜਵਾਬ ਦੇ ਵਿੱਚ ਨੇ ਜੋ ਗੁਰਦਾਸ ਮਾਨ ਨੇ ਕਿਹਾ। ਸਵਾਲ ਇਸ ਤਰ੍ਹਾਂ ਨੇ, ਜਿਹੜੇ ਅਜੇ ਵੀ ਇਹ ਗੱਲ ਸਮਝਦੇ ਨੇ ਕਿ ਕੀ ਇਸ ਮਸਲੇ ਦਾ ਕੋਈ ਹੱਲ ਸੀ ਜਾਂ ਹੈ, ਜਿਸ ਤਰੀਕੇ ਦੇ ਨਾਲ ਹੁਣ ਗੁਰਦਾਸ ਮਾਨ ਨੇ ਇਹ ਨਵੀਂ ਜਿਹੜੀ ਹੈ ਇੱਕ ਪਰਿਭਾਸ਼ਾ ਬੱਤੀ ਦੀ ਵਿਆਖਿਆ ਕੀਤੀ ਹੈ। ਇਹ ਸਾਈਂ ਜੀ ਦੇ ਚੇਲੇ ਨੇ ਹੁਣ ਬੱਤੀ ਨੂੰ ਇੱਕ ਬਕਾਇਦਾ ਤੌਰ 'ਤੇ ਮਸ਼ਹੂਰ ਕਰ ਦਿੱਤਾ। ਅੱਗੇ ਤਾਂ ਬੱਤੀ ਜਗਾਉਣ ਵਾਲੀ ਹੁੰਦੀ ਸੀ, ਬੱਤੀ 31 ਤੋਂ ਬਾਅਦ ਸੀ, ਜਾਂ ਬੱਤੀ ਗਾਲ ਦੇ ਰੂਪ 'ਚ ਸੀ। ਹੁਣ ਇਹਨੇ ਉਹ ਬੱਤੀ ਜਿਹੜੀ ਪੰਜਾਬੀ ਦੇ ਜੀਵਨ ਜਾਚ ਦੇ ਵਿੱਚੋਂ, ਜਿਹਨੂੰ ਕਿ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਸੰਕੋਚਮੇ ਰੂਪ ਦੇ ਵਿੱਚ ਪਰਦੇ ਦੇ ਵਿੱਚ ਕਿਤੇ ਜ਼ਿਕਰ ਕੀਤਾ ਜਾਂਦਾ, ਉਹਨੂੰ ਕਹਿ ਦਿੱਤਾ ਕਿ ਇਹ ਬੱਤੀ ਹੀ ਜਿਹੜੀ ਸੀ ਇਹ ਇਲਾਜ ਸੀ। ਅਤੇ ਬੇਈਮਾਨ ਮਨ ਦੇਖੋ ਕਿ ਕੀ ਉਹ ਬੱਤੀ ਦੀ ਗੱਲ ਸਟੇਜ 'ਤੇ ਜਿਹੜੀ ਬੱਤੀ ਦੀ ਤੂੰ ਗੱਲ ਕੀਤੀ ਹੈ ਉਹ ਸੀ? ਬੱਚਾ ਜਾਣਦਾ ਕਿੱਡੀ ਵੱਡੀ ਸਾਜ਼ਿਸ਼ ਹੈ। ਮੈਂ ਕੁਝ ਜਿਨ੍ਹਾਂ ਦੇ ਵਿੱਚੋਂ ਪਾਲੀ ਭੁਪਿੰਦਰ ਵਰਗੇ ਹੋਰ ਕਈ ਹੈ ਬੜੇ ਕਾਲਮ ਨਵੀਸ, ਜਿਨ੍ਹਾਂ ਨੇ ਪਹਿਲਾਂ ਪੱਖ ਵੀ ਪੂਰਿਆ ਗੁਰਦਾਸ ਮਾਨ ਦਾ। ਉਹਨੇ ਕਿਹਾ ਕਿ ਹੁਣ ਕੋਈ ਇਲਾਜ ਨਹੀਂ, ਹੁਣ ਇਉਂ ਲੱਗਦਾ ਹੈ ਕਿ ਜਾਣ ਬੁੱਝ ਕੇ ਇਹ ਸਾਰਾ ਕੁਝ ਲਿਖਿਆ ਜਾ ਰਿਹਾ। ਜਿਹੜਾ ਇਕਬਾਲ ਮਾਹਲ ਦੇ ਵੱਲੋਂ ਕੈਨੇਡਾ ਦੇ ਵਿੱਚ ਪਹਿਲੇ ਸ਼ੋਆਂ ਦੇ ਵਿੱਚ ਗੁਰਦਾਸ ਮਾਨ ਨੂੰ ਸੱਦਿਆ ਗਿਆ, ਉਹਨੇ ਵੀ ਇਹ ਆਪਣੇ ਬਕਾਇਦਾ ਟਿੱਪਣੀ ਦੇ ਵਿੱਚ ਲਿਖਿਆ ਕਿ ਗੁਰਦਾਸ ਮਾਨ ਇੰਨਾ ਸਿੱਧਾ ਨਹੀਂ, ਜਾਂ ਇਹ ਗੱਲ ਐਸੀ ਨਹੀਂ ਜਿਵੇਂ ਉਹ ਪੇਸ਼ ਕਰ ਰਿਹਾ। ਇਹ ਪੈਸੇ ਅਤੇ ਸ਼ੋਹਰਤ ਦੀ ਗੱਲ ਹੈ ਜਿਹੜੀ ਕਿ ਇਹ ਸਾਰਾ ਕੁਝ ਇਸ ਵੇਲੇ ਖੇਡ ਚੱਲ ਰਹੀ ਹੈ। ਇਸ ਤੋਂ ਵੀ ਅੱਗੇ ਰਾਜਵਿੰਦਰ ਸਿੰਘ ਰਾਹੀ ਉਹਨਾਂ ਨੇ ਆਪਣਾ ਜਿਹੜਾ ਤੱਥਾਂ ਦੀ ਰੌਸ਼ਨੀ 'ਚ ਕਾਲਮ ਲਿਖਿਆ, ਉਸ ਦੇ ਵਿੱਚ ਲਿਖਿਆ ਕਿ ਇਹ ਸਾਰਾ ਕੁਝ ਜਿਹੜਾ ਕਰਾਉਣ ਦੇ ਪਿੱਛੇ ਜਿਹੜੀ ਇੱਕ ਬਕਾਇਦਾ ਪੰਜਾਬ ਨੂੰ, ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਵਾਲੀ ਇੱਕ ਸੋਚ ਹੈ, ਚਿਲਮਾ ਨਸ਼ੇ ਦੇ ਵਿੱਚ ਡੱਕਣ ਵਾਲੀ, ਉਹ ਇਸ ਦਾ ਕਾਰਨ ਹੈ। ਸਰਦਾਰ ਅਜਮੇਰ ਸਿੰਘ ਉਹਨਾਂ ਨੇ ਬੜਾ ਕਮਾਲ ਦਾ ਲਿਖਿਆ ਕਿ ਪੰਜਾਬ ਦੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਗੁਲਾਮ ਕਰਨ ਦੇ ਵਾਸਤੇ ਇਹ ਇੱਕ ਖੇਡੀ ਗਈ ਚਾਲ, ਜਿਸ ਦੇ ਵਿੱਚ KPS ਗਿੱਲ ਤੋਂ ਤੁਰਦੀ ਹੁਣ ਇੱਥੋਂ ਤੱਕ ਆਈ ਹੈ ਕਿ ਉਹ ਆਪਣੇ ਸੁਚੇਤ ਪੱਧਰ 'ਤੇ ਜਿਹੜੇ ਅਕੀਦੇ ਆ ਉਹਨਾਂ ਤੋਂ ਡੋਲ ਜਾਣ। ਪਿਆਰੇ ਲਾਲ ਗਰਗ ਜਿਹੜੇ ਕਿ ਇਸ ਮੰਚ 'ਤੇ ਸਾਡੇ ਨਾਲ, ਉਹ ਵੀ ਬਾਕੀ ਸਾਰੀਆਂ ਸ਼ਖਸੀਅਤਾਂ ਵਾਂਗ ਸ਼ਾਮਲ ਹੋ ਕੇ ਗਏ। ਉਹਨਾਂ ਦਾ ਇਹ ਕਹਿਣਾ ਕਿ ਜਦੋਂ ਪੰਜਾਬ 'ਤੇ ਹਨੇਰੀ ਝੁੱਲ ਰਹੀ ਸੀ, ਉਸ ਵੇਲੇ KPS ਗਿੱਲ, ਗੁਰਦਾਸ ਮਾਨ ਵਰਗੇ ਸਰਕਾਰੀ ਅਤੇ ਦਰਬਾਰੀ ਗਵੱਈਏ ਨੂੰ ਲੈ ਕੇ ਜੋ ਕੁਝ ਕਰ ਰਿਹਾ ਸੀ, ਉਹ ਅਜੇ ਤੱਕ ਉਸ ਦਾ ਜਿਹੜਾ ਪ੍ਰਭਾਵ ਹੈ ਅਸੀਂ ਭੁਗਤ ਰਹੇ ਹਾਂ। ਉਹ ਆਪਣੇ ਆਪ ਦੇ ਵਿੱਚ ਇੱਕ ਨਸਲਕੁਸ਼ੀ, ਭਾਸ਼ਾਕੁਸ਼ੀ ਸੀ। ਇਸ ਤੋਂ ਇਲਾਵਾ ਅਨੇਕਾਂ ਹੋਰ ਲਿਖਾਰੀ, ਵਿਦਵਾਨ, ਚਿੰਤਕ, ਬੁੱਧੀਜੀਵੀ ਇਸ ਗੱਲ 'ਤੇ ਸਵਾਲ ਕਰ ਰਹੇ ਨੇ ਕਿ ਗੁਰਦਾਸ ਮਾਨ ਕੀ
ਕੇਵਲ ਇੱਕ ਵਿਅਕਤੀ ਦੇ ਵਿਰੋਧ ਦੇ ਤੌਰ ਤੇ ਉਸ ਦਾ ਵਿਰੋਧ ਹੋ ਰਿਹਾ, ਨਿੱਜੀ ਤੌਰ ਤੇ ਵਿਰੋਧ ਹੋ ਰਿਹਾ, ਹਰਗਿਜ਼ ਨਹੀਂ। ਉਸ ਦਾ ਵਿਰੋਧ ਉਹਨਾਂ ਸਿਧਾਂਤਾਂ ਕਾਰਨ ਹੈ ਜਿਹੜੇ ਕਿ ਉਸ ਨੇ ਸਾਜ਼ਿਸ਼ੀ ਢੰਗ ਦੇ ਨਾਲ ਅਪਣਾਏ ਤੇ ਹੁਣ ਜਿਨ੍ਹਾਂ ਨੂੰ ਉਭਾਰ ਕੇ ਭੜਕਾ ਕੇ ਉਹ ਇਸ ਤਰ੍ਹਾਂ ਦਾ ਹੋਰ ਮਾਹੌਲ ਖਰਾਬ ਕਰਨ ਦੇ ਲਈ ਦੋਸ਼ੀ ਹੈ। ਉਹ ਜ਼ਿੰਮੇਵਾਰ ਇਸ ਗੱਲ ਦਾ ਹੈ ਕਿ ਪੰਜਾਬ ਦੇ ਵਿੱਚ ਕੱਲ੍ਹ ਨੂੰ ਗੁਰਦਾਸ ਮਾਨ ਦਾ ਕੋਈ ਤਿੱਖਾ ਵਿਰੋਧ ਹੁੰਦਾ ਹੈ ਜਾਂ ਕੋਈ ਘਟਨਾ ਵਾਪਰਦੀ ਹੈ ਤਾਂ ਕੋਈ ਹੋਰ ਨਹੀਂ, ਗੁਰਦਾਸ ਮਾਨ ਖੁਦ ਜ਼ਿੰਮੇਵਾਰ ਹੈ, ਕਿਉਂ ਉਸ ਨੇ ਜੋ ਕੰਡੇ ਬੀਜੇ ਹੈ ਉਹੀ ਨੇ। ਰੋ ਰੋ ਕੇ ਗੁਰਦਾਸ ਮਾਨ ਵੱਲੋਂ ਮੰਗੀ ਮਾਫੀ ਕਿੰਨੀ ਕੁ ਸੱਚ ਸੀ, ਉਹ ਗੁਰਬਾਣੀ 'ਚ ਇੱਕ ਪਾਵਨ ਪੰਕਤੀ ਹੈ ਜਿਹੜੀ ਕਿ ਅਜਿਹੇ ਕਿਰਦਾਰਾਂ ਬਾਰੇ ਬਿਆਨ ਕਰਦੀ ਹੈ। ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਭੀਚੈ ਰਾਮ ਰਾਜੈ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ। ਜਿਨ੍ਹਾਂ ਦੇ ਅੰਦਰ ਕਪਟ ਵਿਕਾਰ ਹੈ ਉਹ ਚਾਹੇ ਰਾਗੀ ਜਿਹੜੇ ਆ ਇਸ ਤਰ੍ਹਾਂ ਰੋ ਰੋ ਕੇ ਸਭ ਕੁਝ ਕਰਨ, ਰਾਗ ਗਾਉਣ ਵਾਲੇ ਦਰਬਾਰੀ ਗਵਈਏ। ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿੰਨਾ ਰੋਏ ਕਿਆ ਕੀਜੈ, ਉਹਨਾਂ ਦੇ ਰੋਣ ਦਾ ਕੋਈ ਫਰਕ ਨਹੀਂ ਹੈ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਹ ਗੁਰਬਾਣੀ ਦੀ ਪੰਕਤੀ ਹੈ ਕਿ ਜਿਨ੍ਹਾਂ ਦੇ ਦਿਲ ਦੇ ਵਿੱਚ ਹੀ ਇਹੋ ਜਿਹਾ ਕੁਝ ਹੈ, ਜ਼ਹਿਰ ਹੈ, ਉਹ ਕਿੱਥੇ ਜਿਹੜਾ ਸੱਚ ਬਿਆਨ ਕਰ ਸਕਦੇ ਨੇ। ਜਿਨ੍ਹਾਂ ਦੇ ਮਨ ਵਿੱਚ ਹੋਰ ਹੈ, ਮੁੱਖ 'ਚ ਹੋਰ ਹੈ, ਉਹ ਸੱਚ ਬਿਆਨ ਨਹੀਂ ਕਰ ਸਕਦੇ। ਕੇਵਲ ਉਹੀ ਬਿਆਨ ਕਰ ਸਕਦੇ ਨੇ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਮੁਹੱਬਤ ਹੈ। ਹੁਣ ਇਹ ਸਵਾਲ ਗੁਰਦਾਸ ਮਾਨ ਨੂੰ ਹੈ, ਲੋਕਾਂ ਨੇ ਬਖਸ਼ ਦੇਣਾ ਸੀ, ਇਹ ਇਮਾਨਦਾਰੀ ਨਾਲ ਆਪਣੀਆਂ ਗਲਤੀਆਂ ਤੋਂ ਮਾਫੀ ਮੰਗਦਾ, ਪਰ ਉਹ ਗਲਤੀ ਹੁੰਦੀ, ਇਹ ਗਲਤੀ ਨਹੀਂ, ਇਹ ਤਾਂ ਗੁਨਾਹ ਹੈ। ਗਲਤੀ ਦੀ ਤਾਂ ਮਾਫੀ ਹੈ, ਗੁਨਾਹ ਦੀ ਸਜ਼ਾ ਹੈ। ਇੱਕ ਰਾਸ਼ਟਰ ਇੱਕ ਭਾਸ਼ਾ ਤੋਂ ਕੀ ਅੱਜ ਗੁਰਦਾਸ ਮਾਨ ਕਹਿੰਦਾ ਕਿ ਉਹ ਮੈਂ ਗੱਲ ਤੇ ਗਲਤ ਹੈ? ਕੀ ਗੁਰਦਾਸ ਮਾਨ ਕਹਿੰਦਾ ਕਿ KPS ਗਿੱਲ ਵਰਗਿਆਂ ਨੂੰ ਪੰਜਾਬ ਦੇ ਨਾਇਕ ਬਣਾ ਕੇ ਪੇਸ਼ ਕਰਨਾ ਸਹੀ ਸੀ? ਮੈਂ ਉਸ ਗਲਤੀ ਨੂੰ ਮੰਨਦਾ। ਕੀ ਗੁਰਦਾਸ ਮਾਨ ਕਹਿੰਦਾ ਕਿ 13 ਦੂਣਾ 26 ਵਰਗੀ ਜਿਹੜੀ ਗਲਤੀ ਮੈਂ ਕੀਤੀ ਉਹ ਹਰਗਿਜ਼ ਨਾ ਮੁਨਾਸਬ ਸੀ? ਮੈਂ ਉਸ ਦੀ ਮਾਫੀ ਮੰਗਦਾ। ਕੀ ਗੁਰਦਾਸ ਮਾਨ ਕਹਿੰਦਾ ਕਿ ਧੋਤੀ ਤੇ ਪੋਥੀ ਦੀ ਗੱਲ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਅਸਿੱਧੇ ਤੌਰ ਤੇ ਜਿਹੜੀ ਬੇਹੁਰਮਤੀ ਕੀਤੀ ਹੈ ਮੈਂ ਇਹਦੀ ਗੱਲ ਮੰਨਦਾ? ਕੀ ਗੁਰਦਾਸ ਮਾਨ ਕਹਿੰਦਾ ਕਿ ਅੰਮ੍ਰਿਤ ਬਾਣੀ ਦੇ ਰਾਹੀਂ ਜਿਹੜੀ ਮੈਂ ਗੁਰੂ ਸਾਹਿਬਾਨਾਂ ਦੀ ਬਰਾਬਰੀ ਕਰਨ ਦੀ ਨਕਲੀ ਨਿਰੰਕਾਰੀ ਦੀ ਇਹ ਸਾਜ਼ਿਸ਼ ਦਾ ਹੱਥੋਕਾ ਬਣਿਆ ਇਹ ਗਲਤ ਹੈ? ਨਹੀਂ ਕਹੇਗਾ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ, ਕਿਉਂਕਿ ਇਹ ਬਿਉਂਤਬੰਦੀ ਹੈ ਤੇ ਸਾਰਿਆਂ ਤੋਂ ਉੱਤੇ ਗੱਲ ਇੱਕ ਰਾਸ਼ਟਰ ਇੱਕ ਭਾਸ਼ਾ। ਇਹ ਵਿਰੋਧ ਪੰਜਾਬੀਆਂ ਵੱਲੋਂ ਨਹੀਂ। ਜੇ ਲਹਿੰਦੇ ਪੰਜਾਬ ਦੇ ਵਿੱਚ ਉੱਥੋਂ ਦੇ ਲੋਕਾਂ ਨੇ ਉਸ ਨੂੰ ਵਾਰਿਸ ਸ਼ਾਹ ਪੁਰਸਕਾਰ ਤੋਂ ਵਾਂਝਾ ਕੀਤਾ, ਉਹਦਾ ਕਾਰਨ ਇਹ ਵੀ ਹੈ ਕਿ ਵਿਰੋਧ ਸਾਰੇ ਪਾਸੇ ਹੈ। ਘੱਟ ਗਿਣਤੀਆਂ ਦੀਆਂ ਸਾਰੀਆਂ ਭਾਸ਼ਾਵਾਂ ਦੇ ਨਾਲ ਧੋਖਾ ਇਹ ਗੱਲ ਕਹਿਣੀ ਕਿ ਇੱਕ ਰਾਸ਼ਟਰ ਇੱਕ ਭਾਸ਼ਾ। ਤੇ ਗੁਜ਼ਾਰਿਸ਼ ਉਹਨਾਂ ਲੇਖਕਾਂ, ਸਾਹਿਤਕਾਰਾਂ ਤਾਂ ਮੀਡੀਆ ਸ਼ਖਸੀਅਤਾਂ ਨੂੰ ਵੀ ਹੈ ਜਿਹੜੇ ਗੁਰਦਾਸ ਮਾਨ ਦੇ ਖਿਲਾਫ ਆਵਾਜ਼ ਉਠਾਉਣ ਵਾਲਿਆਂ ਨੂੰ ਹੁਣ ਤੱਕ ਨਿੰਦਦੇ ਰਹੇ ਨੇ। ਹੁਣ ਤੁਸੀਂ ਜੇ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜਾਏ, ਭੁੱਲਿਆ ਨਹੀਂ ਕਹਿੰਦੇ। ਜੇ ਤੁਹਾਨੂੰ ਪਤਾ ਲੱਗ ਗਿਆ ਕਿ ਗੁਰਦਾਸ ਮਾਨ ਦੀ ਬੱਤੀ ਵਾਲੀ ਗੱਲ ਨੂੰ ਤੁਸੀਂ ਅੱਖੋਂ ਪਰੋਖੇ ਕਰਕੇ ਕਹਿੰਦੇ ਸੀ ਕੋਈ ਗੱਲ ਨਹੀਂ, ਐਸੇ ਗੱਲ ਦੇ ਵਿੱਚ ਹੀ ਗਲਤ ਹੈ, ਬਾਕੀ ਤਾਂ ਚਲੋ ਓਕੇ ਹੈ, ਠੀਕ ਹੈ, ਹੁਣ ਉਹਦਾ ਵੀ ਵਿਆਖਿਆ ਕਰ ਦਿੱਤੀ। ਜਾਂ ਤਾਂ ਆਪਣੇ ਲੇਖ ਤੇ ਆਪਣੇ ਰੇਡੀਓ ਟਾਕ ਸ਼ੋ ਇਹ ਬੱਤੀ ਦੀ ਵਿਆਖਿਆ ਤੇ ਪ੍ਰਸ਼ੰਸਾ ਦੇ ਵਿੱਚ ਲਿਖ ਦਿਓ, ਜਾਂ ਫਿਰ ਇਹ ਗਲਤੀ ਮੰਨ ਲਓ ਕਿ ਤੁਸੀਂ ਜੋ ਕੁਝ ਕਿਹਾ ਗਲਤ ਹੈ। ਇੱਕ ਸਾਂਝੇ ਤੌਰ ਤੇ ਆਵਾਜ਼ ਉਠਾਈ ਜਾਏ ਕਿ ਉਹ ਗੁਰਦਾਸ ਮਾਨ ਜੇ ਸੱਚਮੁੱਚ ਇਹਨਾਂ ਸਾਰੀਆਂ ਗੱਲਾਂ ਤੋਂ ਮੂੰਹ ਮੋੜਦਾ ਹੈ ਤਾਂ ਜਿਹੜਾ ਮਾਫੀਆਂ ਮੰਗ ਕੇ ਜਾਂ ਇਸ ਗੱਲ ਨੂੰ ਅਹਿਸਾਸ ਕਰਕੇ ਬਾਹਰ ਨਿਕਲਣਾ ਚਾਹੁੰਦਾ ਹੈ ਉਸ ਨੂੰ ਨਿਕਲਣ ਦਿੱਤਾ ਜਾਣਾ ਚਾਹੀਦਾ ਹੈ। ਮਾਫੀ ਦਾ ਸੰਕਲਪ ਸਿੱਖੀ ਦੇ ਵਿੱਚ ਬੜਾ ਵਿਸ਼ਾਲ ਹੈ। ਪੰਜਾਬੀਆਂ ਦਾ ਦਿਲ ਬੜਾ ਵਿਸ਼ਾਲ ਹੈ। ਪਿਆਰ ਨਾਲ ਇਹ ਕਰਨ ਗੁਲਾਮੀ, ਜਾਨਾਂ ਥੀ ਵਾਰ ਦਿੰਦੀ, ਪਰ ਟੈ ਨਾ ਮੰਨਣ ਕਿਸੇ ਦੀ, ਖਲੋ ਜਾਣ ਡਾਂਗਾ ਮੋਢੇ ਤੇ ਉਲਾਰ ਕੇ। ਜੇ ਅੱਜ ਅਮਰੀਕਾ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਨੇ, ਮੀਡੀਆ ਸ਼ਖਸੀਅਤਾਂ ਨੇ ਜਾਂ ਉੱਥੋਂ ਦੀਆਂ ਸਿੱਖ ਸੰਸਥਾਵਾਂ ਨੇ ਇਹ ਫੈਸਲਾ ਕੀਤਾ ਕਿ ਅਕਤੂਬਰ ਦੇ ਵਿੱਚ ਕੋਈ ਵੀ ਗੁਰਦਾਸ ਮਾਨ ਦਾ ਜਿਹੜਾ ਸ਼ੋਅ ਹੈ ਉਸ ਦਾ ਡਟਵਾਂ ਵਿਰੋਧ ਵੀ ਹੋਏਗਾ ਤੇ ਉਸ ਨੂੰ ਕੈਂਸਲ, ਰੱਦ ਕਰਵਾਉਣ ਜਾਂ ਬਾਈਕਾਟ ਕਰਨ ਦੇ ਵਾਸਤੇ ਤਹਈਆ ਕਰਾਂਗੇ, ਤਾਂ ਉਹਦਾ ਕਾਰਨ ਇਹ ਨਹੀਂ ਕਿ ਅਸੀਂ ਸਿੱਖ ਹਾਂ ਜਾਂ ਅਸੀਂ ਪੰਜਾਬੀ ਹਾਂ ਤੇ ਗੁਰਦਾਸ ਮਾਨ ਦਾ ਇਸ ਕਰਕੇ ਵਿਰੋਧ ਕਰ ਰਹੇ ਹਾਂ। ਉਸ ਦਾ ਕਾਰਨ ਸਿਧਾਂਤਕ ਹੈ। ਮੈਂ ਸਮਝਦਾ ਕਿ ਗੁਰਦਾਸ ਮਾਨ ਨੂੰ ਸੋਸ਼ਲ ਮੀਡੀਆ ਤੇ ਜੇਕਰ ਅੱਜ ਵੀ ਕੋਈ ਗਾਲਾਂ ਕੱਢਦਾ ਹੈ ਤਾਂ ਉਹ ਉਸ ਆੜ ਦੇ ਵਿੱਚ ਉਹਨਾਂ ਲੋਕਾਂ ਵੱਲੋਂ ਕੱਢੀਆਂ ਜਾ ਰਹੀਆਂ ਨੇ ਜਿਹੜੇ ਇਸ ਵਿਸ਼ੇ ਤੇ ਬਿਰਤਾਂਤ ਨੂੰ ਵਿਗਾੜ ਰਹੇ ਨੇ। ਅੱਜ ਵੀ ਕੋਈ ਪੰਜਾਬੀ ਪ੍ਰੇਮੀ ਆਪਣੀ ਜ਼ੁਬਾਨ ਦੇ ਵਿੱਚ ਕੋਈ ਵੀ ਗਾਲ ਨਹੀਂ ਲਿਖ ਸਕਦਾ। ਜੇਕਰ ਕੋਈ ਲਿਖਦਾ ਹੈ ਤਾਂ ਉਸ ਨੂੰ ਤੁਰੰਤ ਬੰਦ ਕਰਨਾ ਚਾਹੀਦਾ, ਚਾਹੇ ਗੁਰਦਾਸ ਮਾਨ ਹੋਵੇ ਚਾਹੇ ਕੋਈ ਵੀ ਹੋਵੇ।
ਮਾਂ ਬੋਲੀ ਦੇ ਵਿੱਚ ਗਾਲੀ ਗਲੋਚ ਨਹੀਂ ਚਾਹੀਦੀ, ਮਾਂ ਬੋਲੀ 'ਚ ਧਮਕੀਆਂ ਨਹੀਂ ਚਾਹੀਦੀਆਂ। ਪੰਜਾਬੀ ਜ਼ੁਬਾਨ ਦੇ ਵਿੱਚ ਐਸਾ ਕੁਝ ਲਿਖਣਾ ਗਲਤ ਹੈ। ਜਿਹੜੇ ਇਹੋ ਜਿਹਾ ਕੁਝ ਕਰ ਰਹੇ ਨੇ ਉਹਨਾਂ ਨੂੰ ਇਸ ਗੱਲ ਦੇ ਲਈ ਤੁਰੰਤ ਵਰਜਿਆ ਜਾਣਾ ਚਾਹੀਦਾ ਅਤੇ ਨਹੀਂ ਹੋਣਾ ਚਾਹੀਦਾ। ਅਤੇ ਉਹ ਤਾਕਤਾਂ ਵੀ ਨੇ ਜਿਹੜੀਆਂ ਉਸ ਦੇ ਮੁਕਾਬਲਤਨ ਕੁਝ ਕੁ ਹੋਰ ਕਲਾਕਾਰਾਂ ਦੀਆਂ ਜਿਨ੍ਹਾਂ ਨੂੰ ਕੰਮ ਸੂਤ ਆਇਆ ਹੋਇਆ, ਅਤੇ ਵੈਸੇ ਉਹ ਜ਼ੁਬਾਨ ਉਹਨਾਂ ਦੀ ਉਸੇ ਤਰ੍ਹਾਂ ਦੀ ਹੈ, ਕਿਰਦਾਰ ਵੀ ਉਹੋ ਜਿਹਾ, ਉਹ ਵੀ ਲੋਕ ਉਹੋ ਜਿਹੇ ਨਹੀਂ। ਪਰ ਅਸੀਂ ਸੰਤੁਸ਼ਟ ਰੂਪ ਦੇ ਵਿੱਚ, ਸੰਭਲੇ ਹੋਏ ਸ਼ਬਦਾਂ 'ਚ, ਸ਼ਿਸ਼ਟਾਚਾਰੀ ਰੂਪ ਦੇ ਵਿੱਚ, ਸੰਕੋਚਵੇਂ ਕਹਿਣ 'ਚ, ਅਮਨ ਅਤੇ ਸ਼ਾਂਤੀ ਦੇ ਨਾਲ ਉਸ ਦਾ ਵਿਰੋਧ ਕਰਨਾ ਅਤੇ ਇਹ ਵਿਰੋਧ ਹੋਏਗਾ। ਲੜਾਈ ਝਗੜਾ, ਕੁੱਟਮਾਰ, ਹਮਲਾ ਕੋਈ ਵੀ ਹੱਲ ਨਹੀਂ ਹੁੰਦਾ। ਗਾਲੀ ਗਲੋਚ ਜਾਂ ਕਿਸੇ ਨੂੰ ਮਾੜਾ ਕਹਿਣਾ ਕੋਈ ਹੱਲ ਨਹੀਂ ਹੁੰਦਾ। ਪਰ ਮੈਂ ਤਾਂ ਹੈਰਾਨ ਸਾਂ, ਗੁਰਦਾਸ ਮਾਨ ਦੇ ਹਮੈਤੀ ਮਰਦ ਹੀ ਨਹੀਂ ਔਰਤਾਂ ਵੀ ਕਈ ਇੱਥੇ ਅਮਰੀਕਾ, ਮੈਂ ਉਹਨਾਂ ਦੇ ਟਿੱਪਣੀਆਂ ਪੜ੍ਹ ਰਹੇ ਸਾਂ ਅਤੇ ਉਹ ਟਿੱਪਣੀਆਂ 'ਚ ਕੀ ਲਿਖ ਰਹੀਆਂ ਸਨ ਕਿ ਜੀ ਬੱਤੀ ਵਾਲੀ ਗੱਲ ਗੁਰਦਾਸ ਮਾਨ ਜਿਹੜਾ ਹੈ ਇਸ ਨੂੰ ਬਣਾ ਕੇ ਆਪਣਾ ਵਿਰੋਧ ਕਰਨ ਵਾਲਿਆਂ ਦੇ ਦੇਵੇ। ਇਹ ਲਫ਼ਜ਼ ਔਰਤਾਂ ਦੇ ਨੇ, ਇੱਥੋਂ ਦੀਆਂ ਜਿਹੜੀਆਂ ਲੇਖਕਾਵਾਂ ਜਾਂ ਕਾਲਮ ਨਵੀਸਾਂ ਦੇ। ਅਤੇ ਇਦੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਹੈ। ਸੋ ਇਸ ਗੱਲ ਨੂੰ ਅਸੀਂ ਸਵੀਕਾਰ ਨਾ ਕਰੀਏ। ਅਸੀਂ ਇੱਕੋ ਗੱਲ 'ਤੇ ਇਸ ਨੂੰ ਸੰਕੋਚਦੇ ਹੋਏ ਕਹਿਣਾ ਚਾਹਾਂਗੇ ਕਿ ਜੇਕਰ ਜੰਗਾਂ ਯੁੱਧਾਂ ਦੇ ਵਿੱਚ ਵੀ ਦੁਸ਼ਮਣ ਨੂੰ ਵੀ ਮਾਫ਼ ਕੀਤਾ ਜਾ ਸਕਦਾ ਹੈ, ਪਾਪ ਗੁਨਾਹ ਜਿਹੜਾ ਕੀਤਾ ਜੇ ਉਸ ਦੀ ਕੋਈ ਸਜ਼ਾ ਭੁਗਤੇ ਤਾਂ ਮਾਫ਼ ਕੀਤਾ ਜਾ ਸਕਦਾ ਹੈ। ਪਰ ਮੰਨੇ ਦਾ ਇਲਾਜ ਹੈ, ਢੀਠਪੁਣੇ ਦਾ ਇਲਾਜ ਨਹੀਂ। ਆਪਣੀ ਬੋਲੀ ਨਿੰਦ ਕੇ ਕਰੇ ਮਾਣ ਦੀ ਆਸ, ਆਪਣੀ ਬੋਲੀ ਨਿੰਦ ਕੇ ਕਰੇ ਮਾਣ ਦੀ ਆਸ, ਮਾਰ ਕੇ ਇੰਝ ਜ਼ਮੀਰ ਨੂੰ ਬਣੇ ਗੁਰਾਂ ਦਾ ਦਾਸ। ਇਉਂ ਗੁਰਾਂ ਦਾ ਦਾਸ ਨਹੀਂ ਬਣਿਆ ਜਾ ਸਕਦਾ। ਹੁਣ ਤਾਂ ਇੱਕੋ ਹੀ ਗੱਲ ਹੋਏਗੀ ਕਿ ਗੁਰਦਾਸ ਮਾਨ ਪੰਜਾਬੀ ਬੋਲੀ ਦੇ ਮਾਣ ਦੇ ਤੌਰ 'ਤੇ ਨਹੀਂ ਜਾਣਿਆ ਜਾਏਗਾ, ਕੁਰਾਹੇ ਪਿਆ ਬੱਤੀਆਂ ਵਾਲਾ ਮਾਨ ਕਹਿ ਕੇ ਚੇਤੇ ਕੀਤਾ ਜਾਵੇਗਾ। ਧੰਨਵਾਦ।